नमस्कार, आदाब, सत श्रीकाल एंड वेरी गुड आफ्टरनून टू ऑल द व्यूअर्स ऑफ न्यूज रिव्यूज। मैं दलजीत कौर वजीर हाजिर हूँ अपने शो चिट चैट विद दलजीत वजीर में। व्यूअर्स, आज मेरे साथ शो में मौजूद हैं जाने माने सिख नौजवान लीडर सरदार नरिंदर सिंह खालसा जी, चेयरमैन सिख इंटेलेक्चुअल सर्कल JNK। So you are very much welcome in our chit chat show. सत श्री अकाल जी। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। तो सिख इंटेलेक्चुअल सर्कल JNK NGO की आइडियोलॉजी क्या है और ये कब ओरिजिन में आई? मैं ਤੁਹਾਡੇ ਨਾਲ ਪੰਜਾਬੀ ਦੀ ਗੱਲ ਕਰਾਂ, ਠੀਕ ਰਹੇਗਾ ਜਾਂ ਪੰਜਾਬੀ ਦੇ ਵਿੱਚ ਗੱਲ ਕਰਾਂ? ਸਰ ਦੋਨੋਂ ਲੈਂਗੁਏजेस ਹੀ ਯੂਜ਼ ਕਰਾਂਗੇ। ਜਦੋਂ ਮੈਂ ਇੰਗਲਿਸ਼ ਪੰਜਾਬੀ ਵਿੱਚ ਪੁੱਛਾਂਗੀ ਤੁਸੀਂ ਪੰਜਾਬੀ ਵਿੱਚ ਪੁੱਛਾਂਗੇ। ਦੇਖੋ ਮੈਂ ਮੇਰੀ ਇਹ ਰਿਕੁਐਸਟ ਹੈ ਤੁਹਾਨੂੰ ਕਿ ਕਿਉਂਕਿ ਜਿਹੜੇ ਕੁਐਸਚਨਸ ਤੁਹਾਡੇ ਜਾਂ ਜਿਹੜਾ ਟੌਪਿਕਸ ਮੈਂ ਸਮਝਦਾ ਕਿ ਅਗਰ ਉਹ ਪੰਜਾਬੀ ਵਿੱਚ ਹੀ ਗੱਲ ਕੀਤੀ ਜਾਏ ਤਾਂ ਜ਼ਿਆਦਾ ਬੈਟਰ ਹੈ। ਜਿੱਥੇ ਕਿਧਰੇ ਤੁਸੀਂ ਕਹੋਗੇ ਮੈਂ ਦੂਸਰੀ ਹਿੰਦੀ ਜਾਂ ਉਰਦੂ ਲੈਂਗੁਏਜ ਵਿੱਚ ਵੀ ਈਵਨ ਆਈ ਕੈਨ ਟਾਕ ਇਨ ਇੰਗਲਿਸ਼ ਬੈਟਰ, ਠੀਕ ਹੈ। ਤੇ ਜਿਸ ਤਰ੍ਹਾਂ ਤੁਸੀਂ ਪੁੱਛਿਆ ਕਿ ਜਿਹੜੀ ਸਾਡੀ ਜਥੇਬੰਦੀ ਹੈ ਸਿੱਖ ਇੰਟੈਲੈਕਚੁਅਲ ਸਰਕਲ, ਇਹਦੇ ਬਾਰੇ ਪੁੱਛਿਆ ਹੈ। ਇਨ ਫੈਕਟ ਇਨ ਦ ਬਿਗਨਿੰਗ ਆਫ 2000 ਇਹ ਸਾਡੇ ਜਿਹੜੇ ਇੱਥੋਂ ਦੇ ਕੁਝ ਇੰਟੈਲੈਕਚੁਅਲ ਲੋਕ ਸਨ, ਕਿਉਂਕਿ ਸਾਡੀ ਜਿਹੜੀ ਮਿਨੋਰਟੀ ਕਮਿਊਨਿਟੀ ਹੈ ਜੰਮੂ ਕਸ਼ਮੀਰ ਦੇ ਵਿੱਚ, ਔਰ ਇਹਨਾਂ ਦੇ ਬਹੁਤ ਜ਼ਿਆਦਾ ਮਸਾਇਲ ਹਨ। ਲੇਕਿਨ ਇੱਕ ਬੜੀ ਬਦਕਿਸਮਤੀ ਹੈ ਕਿ ਇੱਥੇ ਅਸੀਂ ਦੇਖਿਆ ਕਿ ਮੋਸਟਲੀ ਕੁਝ ਲੋਕ ਜਿਸ ਤਰ੍ਹਾਂ ਕਿ ਉਹ ਰਵਾਇਤੀ ਪਾਰਟੀਆਂ ਦੇ ਪਿੱਛੇ ਦੌੜਦੇ ਨੇ। ਕੋਈ ਕਹਿੰਦਾ ਮੈਂ ਫਲਾਣੀ ਪਾਰਟੀ ਜੁਆਇਨ ਕਰ ਲਵਾਂ, ਮੈਂ ਉੱਥੇ ਜਾ ਕੇ ਕੋਈ ਲੀਡਰ ਬਣ ਜਾਵਾਂ। ਲੇਕਿਨ ਇੱਕ ਜਿਹੜਾ ਆਪਣੀ ਕੌਮ ਦਾ ਦਰਦ ਔਰ ਆਪਣੀ ਕੌਮ ਦੇ ਜਿਹੜੇ ਮਸਾਇਲ ਹਨ ਔਰ ਜਾਂ ਜਿਹੜੇ ਇਨਸਾਨੀਅਤ ਦੇ ਮਸਾਇਲ ਹਨ, ਉਸਨੂੰ ਮੁੱਖ ਰੱਖ ਕੇ ਸਾਡੇ ਕੁਝ ਬਜ਼ੁਰਗਾਂ ਨੇ, ਸਾਡੇ ਕੁਝ ਬੜੇ ਹੀ ਰਿਟਾਇਰਡ ਆਫਿਸਰਸ ਨੇ, ਜਿਹਦੇ ਵਿੱਚ ਸਰਦਾਰ ਜਸਪਾਲ ਸਿੰਘ ਜੀ ਮੰਗਲ ਜੋ ਕਿ ਇੱਕ ਸਾਇੰਟਿਸਟ ਸਨ, ਉਹਨਾਂ ਦੀ ਡੈਥ ਹੋ ਗਈ ਹੈ। ਤੇ ਉਹਨਾਂ ਨੇ ਇਹ ਜਿਹੜੀ ਆਰਗੇਨਾਈਜੇਸ਼ਨ ਹੈ ਫਰੇਮ ਕੀਤੀ ਸੀ ਔਰ ਮੈਂ ਇਸਦਾ ਫਾਊਂਡਰ ਮੈਂਬਰ ਸਾਂ। ਫਿਰ ਬਾਅਦ ਵਿੱਚ ਉਹਨਾਂ ਨੇ ਹੀ ਮੈਨੂੰ ਇਸਦਾ ਸਾਰਿਆਂ ਨੇ ਮੈਨੂੰ ਇਹਦਾ ਚੇਅਰਮੈਨ ਬਣਾ ਦਿੱਤਾ ਔਰ ਮੈਂ ਲਗਾਤਾਰ ਪਿਛਲੇ 5-7 ਸਾਲ ਤੋਂ ਤਕਰੀਬਨ 7 ਸਾਲ ਤੋਂ ਮੈਂ ਇਹਦਾ ਚੇਅਰਮੈਨ ਚੱਲਦਾ ਆ ਰਿਹਾ। ਔਰ ਇਹਦੀ ਸਾਡੇ ਮੰਗਲ ਸਾਹਿਬ ਸਾਡੇ ਪੈਟਰਨ ਸਨ, ਉਹਨਾਂ ਦੀ ਡੈਥ ਹੋ ਚੁੱਕੀ ਹੈ। ਤੇ ਸਾਡੀ ਹਰ ਜਗ੍ਹਾ ਹਰ ਕਾਰਨਰ ਦੇ ਵਿੱਚ ਸਾਡੇ ਉਹ ਲੋਕ ਹਨ ਜਿਹੜੇ ਕਮਿਊਨਿਟੀ ਦੇ ਚਿੰਤਕ ਹਨ, ਜਿਹੜੇ ਇੰਟੈਲੈਕਚੁਅਲਸ ਹਨ, ਜਿਹੜੇ ਮਤਲਬ ਕਿ ਜਿਹੜੇ ਸਾਡੇ ਕੌਮ ਦੇ ਮਸਲੇ ਨੇ ਜਾਂ ਸਾਡੀ ਰਿਆਸਤ ਦੇ ਜਿਹੜੇ ਸਿਆਸੀ ਮਸਲੇ ਨੇ ਉਹਨਾਂ ਨੂੰ ਇੱਕ ਜਿਹੜਾ ਉਸ ਇੰਟੈਲੈਕਚੁਅਲ ਵਿਊ ਦੇ ਨਾਲ ਦੇਖਣਾ ਔਰ ਉਹਦੇ ਉੱਪਰ ਆਪਣਾ ਨਜ਼ਰੀਆ ਰੱਖਣਾ, ਇਹ ਸਾਡਾ ਜਿਹੜਾ ਖਾਸ ਕਰ ਸਾਡਾ ਜਿਹੜਾ ਮਨੋਰਥ ਹੈ ਸਾਡੀ ਆਰਗੇਨਾਈਜੇਸ਼ਨ ਦਾ। ਇੱਕ ਤੇ ਆਪਣੀ ਕਮਿਊਨਿਟੀ ਦੇ ਹੱਕਾਂ ਵਾਸਤੇ ਬੋਲਣਾ, ਉਹਦੇ ਉੱਪਰ ਨਜ਼ਰ ਰੱਖਣੀ ਕਿ ਸਾਡੇ ਨਾਲ ਕਿਤੇ ਕਿਤੇ ਜ਼ਿਆਦਤੀਆਂ ਹੋ ਰਹੀਆਂ ਨੇ। ਔਰ ਦੂਸਰਾ ਜਿਹੜੀ ਸਾਡੀ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਹਾਲਾਤ ਨੇ, ਜਿਹੜੇ ਸਿਆਸੀ ਹਾਲਾਤ ਨੇ ਜਾਂ ਜਿਹੜੇ ਤੁਸੀਂ ਕਹਿ ਲਓ ਕਿ ਜਿਹੜੇ ਸਮਾਜਿਕ, ਅਸੀਂ ਉਹਨਾਂ ਦੇ ਉੱਪਰ ਵੀ ਅਸੀਂ ਜਿਹੜੀ ਹੈ ਉਹ ਅਸੀਂ ਖੁੱਲ੍ਹ ਕੇ ਗੱਲ ਕਰਦੇ ਰਹਿੰਦੇ ਹਾਂ। ਓਕੇ ਜੀ। ਇਸ ਟਾਈਮ ਪੋਲੀਟੀਕਲ ਅਤੇ ਨਾਨ ਪੋਲੀਟੀਕਲ ਦੋਨੋਂ ਐਂਗਲਸ ਦੇ ਵਿੱਚ ਸਿੱਖ ਕਮਿਊਨਿਟੀ ਦੀ ਸਿਚੁਏਸ਼ਨ ਕੈਸੀ ਹੈ ਔਰ ਇਹ ਕਮਿਊਨਿਟੀ ਇਸ ਟਾਈਮ ਕਿਸ ਦੌਰ ਤੋਂ ਗੁਜ਼ਰ ਰਹੀ ਹੈ? ਦੇਖੋ ਜੀ, ਜਿਹੜਾ ਤੁਸੀਂ ਸਵਾਲ ਪੁੱਛਿਆ ਹੈ ਇਹ ਬਹੁਤ ਹੀ, ਮੈਂ ਸਮਝਦਾ ਕਿ ਅਗਰ ਇਸਦਾ ਜਵਾਬ ਦੇਣਾ ਹੋਏ ਤੇ ਬਹੁਤ ਜ਼ਿਆਦਾ ਟਾਈਮ ਲੱਗ ਜਾਏਗਾ, ਕਿਉਂਕਿ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਬਰੀਫਲੀ ਦੱਸਾਂ ਕਿ ਜੰਮੂ ਕਸ਼ਮੀਰ ਦੇ ਵਿੱਚ ਸਾਡੀ ਜਿਹੜੀ ਪੋਪੂਲੇਸ਼ਨ ਹੈ ਉਹ ਤਕਰੀਬਨ ਸੈਂਸਸ ਦੇ ਵਿੱਚ ਬਹੁਤ ਘੱਟ ਦੱਸੀ ਜਾਂਦੀ ਹੈ, ਲੇਕਿਨ ਤਕਰੀਬਨ ਅਸੀਂ 5 ਲੱਖ ਦੇ ਕਰੀਬ ਹੈ ਪੂਰੇ ਜੰਮੂ ਕਸ਼ਮੀਰ ਵਿੱਚ। ਲੇਕਿਨ ਸਾਡੀ ਜਿਹੜੀ ਪੋਪੂਲੇਸ਼ਨ ਹੈ ਉਹ ਸਾਰੀ ਸਕੈਟਰਡ ਹੈ। ਜਿਸ ਤਰ੍ਹਾਂ ਕੋਈ ਕਸ਼ਮੀਰ ਬੈਠਾ ਕਿਤੇ ਦੂਰ ਦਰਾਡੇ, ਕੋਈ ਕਠੂਏ ਬੈਠਾ ਹੈ, ਕੋਈ ਰਜੌਰੀ, ਕੋਈ ਪੁੰਛ। ਇੱਕ ਜੰਮੂ ਡਿਸਟ੍ਰਿਕਟ ਹੈ ਜਿੱਥੇ ਅਸੀਂ ਕਾਫੀ ਸਾਡੀ ਪੋਪੂਲੇਸ਼ਨ ਹੈ, ਤਕਰੀਬਨ ਮੈਂ ਸਮਝਦਾ ਕਿ 3 ਲੱਖ ਤੋਂ ਉੱਪਰ ਜਿਹੜੇ ਪੋਪੂਲੇਸ਼ਨ ਹੈ ਸਿੱਖਾਂ ਦੀ ਜੰਮੂ ਡਿਸਟ੍ਰਿਕਟ ਦੇ ਵਿੱਚ ਹੈ। ਇਸ ਕਰਕੇ ਸਾਡੇ ਬਹੁਤ ਜ਼ਿਆਦਾ ਮਸਾਇਲ ਨੇ। ਔਰ ਸਾਡੀ ਜਿਹੜੀ ਤੁਸੀਂ ਪੁੱਛਿਆ ਕਿ ਮੇਨ ਜਿਹੜੀ ਸਾਡੀ ਸਿਆਸੀ ਪੋਲੀਟੀਕਲ ਪੋਜੀਸ਼ਨ ਜਿਹੜੀ ਹਾਲਤ ਹੈ ਉਹ ਬਹੁਤ ਮਾੜੀ ਹੈ। ਉਹਦਾ ਰੀਜ਼ਨ ਇਹ ਹੈ ਕਿ ਸਾਡੀ ਕੋਈ ਕ੍ਰੈਡੀਬਲ ਲੀਡਰਸ਼ਿਪ ਨਹੀਂ ਹੈ। ਔਰ ਸਾਡਾ ਜਿਹੜਾ ਈਵਨ ਕਿ ਸਾਡੀ ਜਿਸ ਤਰ੍ਹਾਂ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀਜ਼ ਨੇ ਜਾਂ ਜਿਹੜਾ ਸਾਡਾ ਗੁਰਦੁਆਰਿਆਂ ਦਾ ਨਿਜ਼ਾਮ ਹੈ, ਉਹ ਵੀ ਮੈਂ ਸਮਝਦਾ ਕਿ ਪਿਛਲੇ ਕਾਫੀ ਸਮੇਂ ਤੋਂ ਮੈਂ ਦੇਖਦਾ ਆ ਰਿਹਾ ਕਿ ਉਹਦੇ ਵਿੱਚ ਵੀ ਕੁਝ ਐਸੇ ਲੋਕ ਨਹੀਂ ਆ ਰਹੇ ਜਿਨ੍ਹਾਂ ਨੂੰ ਆ ਕੇ ਜਿਹੜੇ ਕਿ ਧਾਰਮਿਕ ਤੌਰ ਤੇ ਸਮਰਪਿਤ ਹੋਣ, ਜਿਹੜੇ ਕੌਮ ਨੂੰ ਸਮਰਪਿਤ ਹੋਣ, ਜਿਨ੍ਹਾਂ ਦਾ ਵਿਜ਼ਨ ਹੋਏ। ਤੇ ਉਹਦੇ ਕਰਕੇ ਸਾਡੀ ਹਾਲਤ ਜਿਹੜੀ ਆ ਮੈਂ ਸਮਝਦਾ ਕਿ ਬਹੁਤ ਮਾੜੀ ਹੈ, ਕਿਉਂਕਿ ਸਾਡਾ ਕਿਧਰੇ ਕੋਈ ਰਿਪਰੈਜ਼ੈਂਟੇਟਿਵ ਕਰੈਕਟਰ ਨਹੀਂ ਬਣ ਰਿਹਾ। ਸਭ ਤੋਂ ਬੜੀ ਗੱਲ ਹੈ ਡਿਊ ਟੂ ਲੈਕ ਆਫ ਐਨੀ ਯੂਨਿਟੀ ਕਹਿ ਲਓ ਸਾਡੀ
ਔਰ ਜਾਂ ਲੈਕ ਆਫ ਜਿੱਥੇ ਅਸੀਂ ਕਿਸੇ ਇੱਕ ਜਗ੍ਹਾ ਤੇ ਅਸੀਂ ਸਾਡੀ ਬਹੁਤ ਗਿਣਤੀ ਨਹੀਂ ਹੈ, ਉਸ ਕਰਕੇ ਸਾਡੀ ਕੋਈ ਜਿਹੜੀ ਹੈ ਪੋਲੀਟੀਕਲ ਰਿਪਰੈਜ਼ੈਂਟੇਸ਼ਨ ਵੀ ਇਤਨੀ ਜ਼ਿਆਦਾ ਨਹੀਂ ਹੈ। ਲੇਕਿਨ ਇੱਕ ਹੀ ਸਹਾਰਾ ਮੈਂ ਸਮਝਦਾ ਕਿ ਜਿਹੜੇ ਕੁਝ ਸਾਡੇ ਬੱਚੇ ਜਿਹੜੇ ਪੜ੍ਹ ਲਿਖ ਕੇ ਅੱਛੇ ਅਹੁਦਿਆਂ ਤੇ ਜਾਂਦੇ ਨੇ ਤਾਂ ਉਹ ਕਿਸੇ ਨਾ ਕਿਸੇ ਤਰ੍ਹਾਂ ਕੋਈ ਕੌਮ ਦਾ ਦਰਦ ਰੱਖਦੇ ਨੇ। ਮੈਂ ਸਮਝਦਾ ਕਿ ਇਹ ਇੱਕ ਸਾਡੀ ਅਪਰੋਚ ਹੈ ਕਿ ਸਾਡੇ ਜਿਹੜੇ ਬੱਚੇ ਨੇ ਉਹ ਅਗਰ ਕੰਪੀਟ ਕਰਨ ਉੱਚ ਅਹੁਦਿਆਂ ਤੇ ਜਾਣ ਤੇ ਉਹ ਵੀ ਕਾਫੀ ਜਿਹੜੀ ਹੈ ਮੈਂ ਸਮਝਦਾ ਕੌਮ ਦੇ ਹਿੱਤਾਂ ਦੀ ਰਾਖੀ ਜਿਹੜੀ ਹੈ ਕਰ ਸਕਦੇ ਨੇ। ਜੀ ਡੀਜੀਪੀਸੀ ਦਾ ਟੈਨਰ ਹੁਣ ਖਤਮ ਹੋ ਚੁੱਕਿਆ ਹੈ। ਕੀ ਰੀਜ਼ਨ ਹੈ ਕਿ ਹਜੇ ਤੱਕ ਡੀਜੀਪੀਸੀ ਦੀ ਇਲੈਕਸ਼ਨ नहीं हो पा रही? 2020 ਤੋਂ ਬਾਅਦ स्ट्रगल चल रहा है, तो लेके स्ट्रगल चल रहा है, बट गवर्नमेंट इस मुद्दे ਤੇ ਕੋਈ सीरियस नहीं लग रही। जबकि ਹੋਰ ਵੀ ਕਈ ਸਟੇਟਸ ਹਨ ਜਿੱਥੇ ਇਲੈਕਸ਼ਨ ਹੋ ਚੁੱਕੀ ਹੈ, ਫਿਰ ਡੀਜੀਪੀਸੀ ਦੀ ਇਲੈਕਸ਼ਨ ਕਰਵਾਉਣ ਵਿੱਚ ਗਵਰਨਮੈਂਟ ਨੂੰ ਕੀ ਪ੍ਰੋਬਲਮ ਹੈ? ਜੀ ਤੁਹਾਨੂੰ ਇੱਕ ਮਿਸਾਲ ਦੇਣਾ ਹੈ ਇਹਦੇ ਇਹ ਕਨੈਕਟਿੰਗ ਕਿ ਜਿਸ ਵਕਤ 2015 ਦੇ ਵਿੱਚ ਜਿਹੜਾ ਸਾਡਾ ਜੰਮੂ ਕਸ਼ਮੀਰ ਗੁਰਦੁਆਰਾ ਐਕਟ ਹੈ ਉਹਦੇ ਮੁਤਾਬਕ ਜਿਹੜੀਆਂ ਸਾਡੀਆਂ ਚੋਣਾਂ ਹੋਈਆਂ ਸਨ, ਜਿਹੜੀਆਂ ਸਾਡੀਆਂ ਡਿਸਟ੍ਰਿਕਟ ਕਮੇਟੀ ਦੀਆਂ ਚੋਣਾਂ ਹੁੰਦੀਆਂ ਨੇ, ਉਹਦੇ ਵਿੱਚ ਉਸ ਤੋਂ ਬਾਅਦ ਸਾਡਾ ਇੱਕ ਬੋਰਡ ਬਣਦਾ ਹੈ। ਇਤਨੀ ਬਦਕਿਸਮਤੀ ਹੈ ਕਿ ਉਹ ਸਰਕਾਰ ਨੇ ਸਾਡਾ ਬੋਰਡ ਤੱਕ ਨਹੀਂ ਬਣਨ ਦਿੱਤਾ। ਪੂਰੇ 5 ਸਾਲ ਸਾਡਾ ਬੋਰਡ ਨਹੀਂ ਬਣਿਆ। ਔਰ ਵਾਕਈ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਕਮੇਟੀਆਂ ਦਾ ਟੈਨਿਓਰ ਪੂਰਾ ਹੋ ਗਿਆ ਹੈ। ਸਾਰੇ ਲੋਕ ਜਿਹੜੇ ਨੇ ਤਕਰੀਬਨ ਸਾਰੀਆਂ ਸਿੱਖ ਜਥੇਬੰਦੀਆਂ ਉਹ ਕਹਿ ਰਹੀਆਂ ਨੇ ਕਿ ਭਈ ਇਹਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਨੇ, ਲੇਕਿਨ ਜਿਹੜੀ ਸਾਡੀ ਆਰਗੇਨਾਈਜੇਸ਼ਨ ਹੈ ਔਰ ਅਸੀਂ ਇੱਕ ਹੋਰ ਇੱਥੇ ਪਲੇਟਫਾਰਮ ਫਲੋਟ ਕੀਤਾ ਹੈ ਜਿਹੜਾ ਇੱਕ ਅਸੀਂ ਰੀਸੈਂਟਲੀ ਫਲੋਟ ਕੀਤਾ ਸੀ ਤਕਰੀਬਨ 1 ਸਾਲ ਪਹਿਲਾਂ, ਪੰਥ ਦਰਦੀ ਅਤੇ ਸਿੱਖ ਨੌਜਵਾਨ ਚੇਤਨਾ ਲਹਿਰ ਦੇ ਨਾਲ ਅਸੀਂ ਇੱਕ ਲਹਿਰ ਚਲਾਈ ਕਿ ਭਈ ਆਓ ਅਸੀਂ ਆਪਣੇ ਲੈਵਲ ਤੇ ਅਸੀਂ ਕੋਸ਼ਿਸ਼ ਕਰੀਏ ਕਿ ਇਹ ਜਿਹੜੀ ਚੋਣਾਂ ਦੀ ਲੜਾਈ ਹੈ ਇਸ ਨੂੰ ਖਤਮ ਕਰਕੇ ਅਸੀਂ ਯੋਗ ਲੋਕਾਂ ਨੂੰ ਉੱਥੇ ਸਰਬਸੰਮਤੀ ਨਾਲ ਅੱਗੇ ਲਿਆ ਕੇ ਜਿਹੜੇ ਧਾਰਮਿਕ ਲੋਕ ਹੋਣ, ਜਿਹੜੇ ਸਮਰਪਿਤ ਹੋਣ, ਖਾਸ ਕਰ ਸਾਡੀ ਨੌਜਵਾਨ ਪੀੜ੍ਹੀ ਵਿੱਚੋਂ ਅੱਛੇ ਲੋਕ ਜਿਹੜੇ ਨੇ ਅਸੀਂ ਉਹਨਾਂ ਨੂੰ ਅੱਗੇ ਲਿਆ ਕੇ ਇਹ ਸੇਵਾ ਦਈਏ। ਇੱਕ ਅਸੀਂ ਕੋਈ ਤਬਦੀਲੀ ਲਈ ਅਸੀਂ ਉਹ ਕੋਸ਼ਿਸ਼ ਵੀ ਕਰ ਰਹੇ ਹਾਂ ਔਰ ਕਾਫੀ ਸਾਰੀਆਂ ਸਿੱਖ ਜਥੇਬੰਦੀਆਂ ਨੇ ਇਹ ਕਿਹਾ ਕਿ ਭਈ ਤੁਸੀਂ ਚੋਣਾਂ ਕਰਵਾ ਦਿਓ, ਸਮਾਂ ਹੋ ਗਿਆ ਹੈ। ਲੇਕਿਨ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਸਾਡੇ ਗੁਰੂ ਘਰਾਂ ਦੇ ਵਿੱਚ ਸਰਕਾਰ ਦੀ ਜਿਹੜੀ ਇੰਟਰਫੇਰੈਂਸ ਹੈ ਉਹ ਵੱਧ ਰਹੀ ਹੈ। ਬਹੁਤ ਜ਼ਿਆਦਾ ਕੁਝ ਐਸੀ ਏਜੰਸੀਜ਼ ਦੀ ਇੰਟਰਫੇਰੈਂਸ ਵੱਧ ਰਹੀ ਹੈ ਜਿਹੜੀ ਕਿ ਸਾਡੇ ਵਾਸਤੇ ਬਹੁਤ ਚਿੰਤਾਜਨਕ ਹੈ। ਜਿਸ ਤਰ੍ਹਾਂ ਕਿ ਇੱਥੇ ਤਕਰੀਬਨ ਜਿਸ ਵਕਤ ਇਹਦਾ ਟੈਨਿਓਰ ਖਤਮ ਹੋ ਗਿਆ ਸੀ ਇਸ ਕਮੇਟੀ ਦਾ, ਤਾਂ ਉਸ ਸਮੇਂ ਕੁਝ ਲੋਕਾਂ ਨੇ ਇੱਥੇ ਉਹਦੀ ਜਿਹੜਾ ਸਿਸਟਮ ਹੈ ਉਹਨਾਂ ਨਾਲ ਮਿਲ ਇੱਕ ਕਮੇਟੀ ਬਣਾਈ ਸੀ ਜਿਹਦੇ ਵਿੱਚ ਉਹਦੇ ਵਿੱਚ RSS ਦੇ ਬੰਦੇ ਵੀ ਸਨ। ਔਰ ਇਹ ਬੜੀ ਦੁਖਦਾਈ ਗੱਲ ਹੈ। ਮੈਂ ਸਮਝਦਾ ਕਿ ਐਸੇ ਲੋਕਾਂ ਨੂੰ ਗੁਰੂ ਘਰਾਂ ਦੀ ਸੇਵਾ ਵਿੱਚ ਨਹੀਂ ਆਉਣਾ ਚਾਹੀਦਾ। ਔਰ ਜਿਸ ਤਰ੍ਹਾਂ ਮੈਂ ਕਿਹਾ ਸਾਨੂੰ ਕੋਸ਼ਿਸ਼ ਕਰਨੀ ਚਾਹੀਏ ਸਾਡੇ ਲੋਕਾਂ ਨੂੰ ਕਿ ਅਸੀਂ ਗਰਾਊਂਡ ਲੈਵਲ ਤੇ ਖੁਦ ਅੱਛੇ ਲੋਕਾਂ ਨੂੰ ਸਿਲੈਕਟ ਕਰਕੇ ਸਰਬਸੰਮਤੀ ਨਾਲ ਅਸੀਂ ਉਹਨਾਂ ਨੂੰ ਸਿਲੈਕਟ ਕਰਕੇ ਇਹ ਸੇਵਾ ਦਈਏ। ਉਹਦੇ ਨਾਲ ਸਾਡੀ ਏਕਤਾ ਮਜ਼ਬੂਤ ਹੋਏਗੀ, ਸਾਡੀਆਂ ਕਮੇਟੀਆਂ ਮਜ਼ਬੂਤ ਹੋਣਗੀਆਂ ਔਰ ਅੱਛੇ ਲੋਕ ਆਉਣਗੇ ਜਿਹੜੇ ਕੌਮ ਦੇ ਚਿੰਤਕ ਹੋਣਗੇ, ਜਿਹੜੇ ਸਾਡੇ ਇਸ਼ੂਜ਼ ਹੋਣਗੇ। ਕਿਉਂਕਿ ਸਾਡੇ ਪਾਸ ਇੱਕੋ ਜਿਹੜੀ DGPC ਹੈ, ਮੈਂ ਸਮਝਦਾ ਜਿਸ ਤਰ੍ਹਾਂ ਮੈਂ ਕਿਹਾ ਕਿ ਸਿਆਸੀ ਤੌਰ ਤੇ ਤੁਸੀਂ ਪੁੱਛਿਆ, ਮੈਂ ਤੁਹਾਨੂੰ ਦੱਸਿਆ ਕਿ ਸਿਆਸੀ ਤੌਰ ਤੇ ਸਾਡੀ ਪਾਵਰ ਬਹੁਤ ਕਮਜ਼ੋਰ ਹੈ, ਪਰ ਅਸੀਂ ਇਹਨਾਂ DGPC ਰਾਹੀਂ ਅਸੀਂ ਆਪਣੇ ਹੱਕਾਂ ਦੀ ਗੱਲ ਕਰ ਸਕਦੇ ਹਾਂ। ਅਸੀਂ ਆਪਣੇ ਜਿਹੜੀਆਂ ਸਾਡੀਆਂ ਜਿੱਥੇ ਧਾਰਮਿਕ ਮਸਾਇਲ ਨੇ, ਉੱਥੇ ਜਿਹੜੇ ਸਾਡੇ ਸਿਆਸੀ ਮਸਾਇਲ ਨੇ, ਅਸੀਂ ਉਹਨਾਂ ਪ੍ਰਤੀ ਵੀ ਆਵਾਜ਼ ਉਠਾ ਸਕਦੇ ਹਾਂ। ਲੇਕਿਨ ਉੱਥੇ ਵੈਸੇ ਕਾਬਲ ਲੋਕ ਸਾਨੂੰ ਚਾਹੀਦੇ ਨੇ ਔਰ ਉਸ ਕਰਕੇ ਮੇਰੀ ਸਾਰੀ ਕੌਮ ਨੂੰ ਇਹ ਬੇਨਤੀ ਹੈ ਹੱਥ ਜੋੜ ਕੇ ਕਿ ਅਸੀਂ ਕੋਸ਼ਿਸ਼ ਕਰੀਏ। ਜਿਸ ਤਰ੍ਹਾਂ ਕਿ ਮੈਂ ਖੁਦ ਡਿਕਲੇਅਰ ਕੀਤਾ ਕਿ ਮੈਂ ਇਸ ਸਿਸਟਮ ਦੇ ਵਿੱਚ ਨਹੀਂ ਆਉਣਾ, ਕਿਉਂਕਿ ਮੇਰੀ ਹੁਣ ਇੱਕ ਸਟੇਜ ਹੈ, ਮੈਂ ਡਿਸਟ੍ਰਿਕਟ ਕਮੇਟੀਆਂ ਦੇ ਇਹਦੇ ਵਿੱਚ ਨਹੀਂ ਲੇਕਿਨ ਮੇਰੀ ਦਰਦ ਹੈ ਮੇਰੇ ਅੰਦਰ ਕਿ ਭਾਈ ਉੱਥੇ ਸਾਡੇ ਅੱਛੇ ਨੌਜਵਾਨ ਲੋਕ ਜਿਹੜੇ ਚਿੰਤਕ ਔਰ ਜਿਹੜੇ ਕੌਮ ਦਾ ਦਰਦ ਰੱਖਣ ਵਾਲੇ ਪੜ੍ਹੇ ਲਿਖੇ ਪੂਰੇ ਗੁਰਮਤ ਦੇ ਧਾਰਨੀ ਉਹ ਲੋਕ ਆਣੇ ਚਾਹੀਦੇ ਨੇ, ਤਾਂ ਹੀ ਜਾ ਕੇ ਕੌਮ ਦੀ ਜਿਹੜੀ ਨੁਹਾਰ ਹੈ ਉਹ ਸੁਧਰ ਸਕਦੀ। ਇਹ ਤੇ ਬਹੁਤ ਅੱਛੀ ਸੋਚ ਹੈ ਤੁਹਾਡੀ। ਜੀ ਪੰਜਾਬੀ ਲੈਂਗੁਏਜ ਨੂੰ J&K ਦੀ ਆਫੀਸ਼ੀਅਲ ਲੈਂਗੁਏਜ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ, ਜਦਕਿ 100% ਸਿੱਖ ਕਮਿਊਨਿਟੀ ਲਿਵਿੰਗ ਇਨ JKUT ਸਪੋਕਨ ਪੰਜਾਬੀ ਲੈਂਗੁਏਜ। ਕੀ ਇਹ ਸਿੱਖ ਕਮਿਊਨਿਟੀ ਦੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਹੈ? ਦੇਖੋ ਜੀ, ਜਿਹੜੀ ਤੁਸੀਂ ਪੰਜਾਬੀ ਲੈਂਗੁਏਜ ਦੀ ਗੱਲ ਕੀਤੀ ਹੈ ਜੀ, ਇਹ ਵਾਕਈ ਸਾਡੇ ਨਾਲ ਇੱਕ ਬਹੁਤ ਵੱਡਾ ਧੱਕਾ ਹੋਇਆ। ਕਿਉਂਕਿ ਅਗਰ ਕਿਸੇ ਕੌਮ ਨੂੰ ਖਤਮ ਕਰਨਾ ਹੋਏ ਤੇ ਸਮਝੋ ਤੁਸੀਂ ਸਭ ਤੋਂ ਪਹਿਲਾਂ ਉਸਦਾ ਕਲਚਰ ਖਤਮ ਕੀਤਾ ਜਾਂਦਾ ਹੈ। ਇਹ ਸਾਡੇ ਨਾਲ ਬਹੁਤ ਵੱਡੀ ਸਾਜ਼ਿਸ਼ ਹੈ ਔਰ ਸਾਰੀ ਸਿੱਖ ਕੌਮ ਜਿਹੜੀ ਹੈ ਉਹ ਬਹੁਤ ਚਿੰਤਤ ਹੈ ਕਿ ਪੰਜਾਬੀ ਲੈਂਗੁਏਜ ਜਿਹੜੀ ਜੰਮੂ ਦੇ ਵਿੱਚ ਇੱਕ ਬੜੀ ਵੱਡੀ ਪਾਪੂਲੇਸ਼ਨ ਜਿਹੜੀ ਆ ਉਹ ਬੋਲਦੀ ਸੀ ਔਰ 1981 ਦੇ ਸੈਂਸਸ ਤੱਕ
ਇੱਥੇ ਬਿਲਕੁਲ ਸਪਸ਼ਟ ਹੈ ਕਿ ਕਿੰਨੇ ਲੋਕ ਪੰਜਾਬੀ ਬੋਲਦੇ ਸਨ ਔਰ ਤਕਰੀਬਨ ਸਕੂਲਾਂ ਦੇ ਵਿੱਚ ਲਾਗੂ ਸੀ। ਸਾਡੇ ਟੀਚਰਸ ਅਪਾਇੰਟ ਹੁੰਦੇ ਸਨ, ਸਕੂਲਾਂ ਵਿੱਚ ਪੜ੍ਹਾਈ ਜਾਂਦੀ ਸੀ। ਲੇਕਿਨ ਬਹੁਤ ਬਦਕਿਸਮਤੀ ਦੀ ਗੱਲ ਹੈ ਕਿ ਇੱਥੇ ਕਿਉਂਕਿ ਜਿਹੜਾ ਨਿਜ਼ਾਮ ਹੈ ਇਸ ਵਕਤ, ਇਹ ਮੈਂ ਕਹਾਂਗਾ ਕਿ ਅਸੀਂ ਉਸ ਅਕਾਲਪੁਰ ਕੋਲੋਂ ਡਰਦੇ ਹਾਂ। ਇਹ ਸਾਰਾ ਇੱਕ ਕਮਿਊਨਲ ਨਿਜ਼ਾਮ ਜਿਹੜਾ ਹੈ, ਇਹ ਫੈਸਿਸਟ ਔਰ ਕਮਿਊਨਲ ਨਿਜ਼ਾਮ ਜਿਹੜਾ ਹੈ, ਇਹ ਸਾਡੀ ਕਮਿਊਨਿਟੀ ਨੂੰ, ਸਾਡੀ ਮਿਨਾਰਟੀ ਸਿੱਖ ਕਮਿਊਨਿਟੀ ਨੂੰ ਹਰ ਤਰੀਕੇ ਨਾਲ ਦਬਾਇਆ ਜਾ ਰਿਹਾ ਹੈ। ਸਾਡੇ ਜਿਹੜੇ ਜਮਹੂਰੀ ਹਕੂਕ ਨੇ, ਸਾਡੇ ਜਿਹੜੇ ਡੈਮੋਕ੍ਰੈਟਿਕ ਰਾਈਟਸ ਨੇ, ਸਾਨੂੰ ਉਹ ਵੀ ਨਹੀਂ ਦਿੱਤੇ ਜਾ ਰਹੇ। ਕਿਉਂਕਿ ਪੰਜਾਬੀ ਲੈਂਗੁਏਜ ਜਿਹੜੀ ਹੈ, ਅਗਰ ਡੋਗਰੀ ਆਫੀਸ਼ੀਅਲ ਲੈਂਗੁਏਜ ਬਣ ਸਕਦੀ ਹੈ ਤਾਂ ਪੰਜਾਬੀ ਕਿਉਂ ਨਹੀਂ ਬਣ ਸਕਦੀ? ਕਿਉਂਕਿ ਡੋਗਰੀ ਲੈਂਗੁਏਜ ਦਾ ਕੋਈ ਡਾਇਲੈਕਟ ਨਹੀਂ ਹੈ, ਕੋਈ ਉਹਦੀ ਲਿਪੀ ਨਹੀਂ ਹੈ। ਸਾਡੀ ਲਿਪੀ ਹੈ, ਸਾਡੀ ਲੈਂਗੁਏਜ ਜਿਹੜੀ ਹੈ, ਔਰ ਦੁਨੀਆ ਭਰ ਵਿੱਚ ਇਹ ਬੋਲੀ ਜਾਂਦੀ ਹੈ। ਇਸ ਕਰਕੇ ਇਹ ਬੜਾ ਧੱਕਾ ਹੋਇਆ ਸਿੱਖ ਕੌਮ ਦੇ ਨਾਲ, ਔਰ ਸਾਡੀਆਂ ਸਿੱਖ ਜਥੇਬੰਦੀਆਂ ਨੇ, ਅਸੀਂ ਸਾਰਿਆਂ ਨੇ ਮਿਲ ਕੇ ਬੜੀ ਆਵਾਜ਼ ਉਠਾਈ ਹੈ, ਬਹੁਤ ਸ਼ੋਰ ਉਠਾਇਆ, ਪੀਸਫੁਲੀ ਪ੍ਰੋਟੈਸਟ ਕੀਤਾ ਹੈ, ਲੇਕਿਨ ਬੜੇ ਵਾਅਦੇ ਕੀਤੇ ਗਏ। ਔਰ ਮੈਂ ਕਹਾਂਗਾ ਕਿ ਇਹਦੇ ਵਾਸਤੇ ਖਾਸ ਕਰ ਸਾਡੇ ਉਹ ਸਿੱਖ ਲੀਡਰ ਜਿਹੜੇ ਆਪਣੇ ਆਪ ਨੂੰ ਸਿੱਖ ਲੀਡਰ ਕਹਾਉਂਦੇ ਨੇ, ਜਿਹੜੇ ਰਵਾਇਤੀ ਪੋਲੀਟੀਕਲ ਪਾਰਟੀਆਂ ਨਾਲ ਜੁੜੇ ਨੇ, ਖਾਸ ਕਰ ਜਿਹੜੇ ਬੀਜੇਪੀ ਵਿੱਚ ਬੈਠੇ ਨੇ ਸਿੱਖ, ਆਪਣੇ ਆਪ ਨੂੰ ਬੜੇ ਜਿਹੜੇ ਲੀਡਰ ਕਹਾਉਂਦੇ ਨੇ, ਇਹ ਉਹਨਾਂ ਦੀ ਫੇਲੀਅਰ ਹੈ। ਔਰ ਮੈਂ ਸਮਝਦਾ ਕਿ ਉਹਨਾਂ ਨੂੰ ਉਸੇ ਦਿਨ ਬੀਜੇਪੀ ਤੋਂ ਜਾਂ ਸਾਰੀਆਂ ਪਾਰਟੀਆਂ ਤੋਂ ਰਿਜ਼ਾਈਨ ਕਰ ਦੇਣਾ ਚਾਹੀਦਾ ਸੀ ਕਿ ਭਾਈ ਤੁਸੀਂ ਸਾਡੀ ਲੈਂਗੁਏਜ ਨਾਲ ਇਤਨਾ ਧੱਕਾ ਕੀਤਾ, ਤੁਸੀਂ ਸਾਡੇ ਨਾਲ ਇਤਨਾ ਬੜਾ ਧੱਕਾ ਕਰ ਰਹੇ ਹੋ। ਪਰ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਸਾਡੇ ਲੋਕ, ਅਸੀਂ ਸੈਲਫਿਸ਼ ਲੀਨਿੰਗਸ ਨੂੰ ਲੈ ਕੇ ਚੱਲ ਰਹੇ ਹਾਂ, ਅਸੀਂ ਕੌਮ ਦੇ ਦਰਦ ਨੂੰ ਲੈ ਕੇ ਨਹੀਂ ਚੱਲ ਰਹੇ। ਇਸ ਕਰਕੇ ਮੇਰੀ ਇਹ ਸਾਰੀ ਕੌਮ ਨੂੰ ਸਿਨੇਮਾ ਬੇਨਤੀ ਹੈ ਕਿ ਐਸੇ ਲੋਕ, ਐਸੇ ਲੀਡਰ ਪੈਦਾ ਕਰੋ ਕਿ ਜਿਹੜੇ ਹਕੀਕੀ ਮਾਨਿਆਂ ਵਿੱਚ, ਜਿਹੜੇ ਕੌਮ ਦੇ ਹਿੱਤਾਂ ਦੀ ਗੱਲ ਕਰ ਸਕਣ, ਜਿਹੜੇ ਅਣਖ ਵਾਲੇ ਹੋਣ, ਗੈਰਤ ਵਾਲੇ ਹੋਣ। ਇਹ ਨਹੀਂ ਕਿ ਤੁਸੀਂ ਜਾ ਕੇ ਕਿਧਰੇ ਚੁੱਪ ਕਰਕੇ ਬੈਠ ਜਾਓ ਤੇ ਸਾਡੇ ਨਾਲ ਇਤਨਾ ਧੱਕਾ ਹੋ ਰਿਹਾ ਹੈ। ਔਰ ਪੰਜਾਬੀ ਲੈਂਗੁਏਜ ਵਾਕਈ ਜਿਹੜੀ ਸਾਡੀ ਹੈ ਬਿਲਕੁਲ ਖਤਮ ਕੀਤੀ ਜਾ ਰਹੀ ਹੈ। ਇਸ ਕਰਕੇ ਸਾਨੂੰ ਸਾਰਿਆਂ ਨੂੰ ਇੱਕ ਮਿਲ ਬੈਠ ਕੇ ਸਾਨੂੰ ਇਹਦੇ ਕਰਕੇ ਇੱਕ ਸ਼ਾਂਤਮਈ ਮੋਰਚਾ, ਮੈਂ ਸਮਝਦਾ ਅਗਰ ਸਟਾਰਟ ਕਰਨਾ ਪਏ ਤਾਂ ਅਸੀਂ ਸਭ ਤੋਂ ਪਹਿਲੇ ਉਸ ਤੇ ਹਾਜ਼ਰ ਹਾਂ। ਅਸੀਂ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਜੀ। 370 ਐਬੋਲਿਸ਼ ਹੋਣ ਤੋਂ ਬਾਅਦ ਸਿੱਖ ਕਮਿਊਨਿਟੀ ਨੂੰ ਕਿੰਨਾ ਫਾਇਦਾ ਤੇ ਕਿੰਨਾ ਨੁਕਸਾਨ ਹੋਇਆ, ਇਸ ਤੇ ਤੁਹਾਡੇ ਕੀ ਵਿਊਜ਼ ਨੇ? ਦੇਖੋ ਜੀ, ਤੁਸੀਂ ਹੁਣ ਹੀ ਰੀਸੈਂਟਲੀ ਜਿਹੜਾ ਤੁਸੀਂ ਇਸ ਤੋਂ ਪਹਿਲਾਂ ਸਵਾਲ ਪੁੱਛਿਆ ਹੈ ਕਿ ਪੰਜਾਬੀ ਲੈਂਗੁਏਜ ਦਾ, ਮੈਂ ਤੁਹਾਨੂੰ ਦੱਸ ਦਿਆਂ ਕਿ ਤੁਸੀਂ ਅਗਰ ਇਸ ਨੂੰ ਪੀਸਫੁਲੀ ਆਪਣੇ ਮਾਈਂਡ ਨੂੰ ਅਗਰ ਐਨਾਲਾਈਜ਼ ਕਰੋ ਤੇ 370 ਦੀ ਵਜ੍ਹਾ ਜਾਣ ਦੇ ਵਜ੍ਹਾ ਨਾਲ ਹੀ ਸਾਡੀ ਪੰਜਾਬੀ ਲੈਂਗੁਏਜ ਗਈ। ਇਹ ਵੀ ਯਾਦ ਰੱਖਣਾ, ਇਹ ਫੈਕਟ ਹੈ। ਔਰ 370 ਦਾ ਸਿਰਫ ਸਿੱਖ ਕਮਿਊਨਿਟੀ ਹੀ ਨਹੀਂ, ਪੂਰੇ ਜੰਮੂ ਕਸ਼ਮੀਰ ਦੀ ਆਵਾਮ ਨੂੰ ਨੁਕਸਾਨ ਹੋ ਰਿਹਾ ਹੈ। ਔਰ ਅੱਜ ਤੁਸੀਂ ਦੇਖੋਗੇ, ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਅੱਜ ਜੰਮੂ ਦੇ ਵਿੱਚ ਖਾਸ ਕਰ ਹਿੰਦੂ ਕਮਿਊਨਿਟੀ ਦੇ ਲੋਕ ਵੀ ਬੋਲ ਰਹੇ ਨੇ। ਪਹਿਲੇ ਜਿਨ੍ਹਾਂ ਦੇ ਜ਼ਹਿਨ ਨੂੰ, ਜਿਨ੍ਹਾਂ ਦੇ ਬ੍ਰੇਨ ਨੂੰ ਕਮਿਊਨਲਾਈਜ਼ ਕੀਤਾ ਗਿਆ ਹੈ। ਦੇਖੋ ਇੱਥੇ ਇੱਕ ਤਰ੍ਹਾਂ ਦਾ ਕਮਿਊਨਲ ਏਜੰਡਾ ਜਿਹੜਾ ਚਲਾਇਆ ਜਾ ਰਿਹਾ ਹੈ। ਖਾਸ ਕਰ 5 ਅਗਸਤ 2019 ਤੋਂ ਬਾਅਦ ਸਾਡੀ ਇਸ ਜੰਮੂ ਕਸ਼ਮੀਰ ਦੀ ਰਿਆਸਤ ਦਾ ਆਪਣਾ ਸਟੇਟਸ ਸੀ ਔਰ ਸਾਡੇ ਆਪਣੇ ਰਾਈਟਸ ਸਨ, ਸਾਡੀ ਆਪਣੀ ਸ਼ਨਾਖਤ ਸੀ। ਅੱਜ ਦਫਾ 370 ਟੁੱਟਣ ਦੇ ਨਾਲ ਸਾਰੇ ਜੰਮੂ ਕਸ਼ਮੀਰ ਦੇ ਵੱਖ-ਵੱਖ ਫਿਰਕਿਆਂ ਦੀ ਸ਼ਨਾਖਤ, ਉਹਨਾਂ ਦਾ ਕਲਚਰ, ਉਹਨਾਂ ਦੀ ਪ੍ਰਾਪਰਟੀ, ਉਹਨਾਂ ਦੀਆਂ ਜ਼ਮੀਨਾਂ, ਉਹਨਾਂ ਦਾ ਸਭ ਕੁਝ ਖਤਰੇ ਦੇ ਵਿੱਚ ਪੈ ਗਿਆ ਹੈ ਔਰ ਇਸ ਦਾ ਸਾਰਿਆਂ ਨੂੰ ਨੁਕਸਾਨ ਹੈ। ਔਰ ਤੁਸੀਂ ਦੇਖਣਾ ਕਿ ਆਉਣ ਵਾਲੇ ਸਮੇਂ ਵਿੱਚ ਜੰਮੂ ਦੇ ਲੋਕ ਬੜੇ ਡਟ ਕੇ ਇਹਦੇ ਖਿਲਾਫ ਬੋਲਣਗੇ ਔਰ ਅੱਜ ਉਹ ਰਿਅਲਾਈਜ਼ ਕਰ ਰਹੇ ਨੇ ਕਿ ਸਾਡੇ ਕੋਲੋਂ ਗਲਤੀ ਹੋ ਗਈ ਹੈ। ਲੇਕਿਨ ਬੜੇ ਦੁੱਖ ਦੀ ਗੱਲ ਹੈ ਕਿ ਇਹ ਜੋ ਹਟਾਇਆ ਗਿਆ ਹੈ, ਇਹ ਇੱਕ ਤਰ੍ਹਾਂ ਨਾਲ ਅਨਕਨਸਟੀਟਿਊਸ਼ਨਲੀ ਹਟਾਇਆ ਗਿਆ, ਕਿਉਂਕਿ ਅਗਰ ਦਫਾ 370 ਕਿਸੇ ਮੁਸਲਿਮ ਨੇ ਨਹੀਂ ਸੀ ਬਣਾਇਆ, ਇਹ ਤਾਂ ਮਹਾਰਾਜਾ ਜੋ ਉਸ ਸਮੇਂ ਦਾ ਮਹਾਰਾਜਾ ਸੀ, ਇਹ ਮਹਾਰਾਜਾ ਜਿਸ ਵਕਤ ਹਿੰਦੁਸਤਾਨ ਦੇ ਨਾਲ ਸਾਡੀ ਜਿਹੜੀ ਜੰਮੂ ਕਸ਼ਮੀਰ ਦੀ ਉਸ ਵਕਤ ਰਿਆਸਤ ਸੀ, ਇੱਕ ਇੰਡੀਪੈਂਡੈਂਟ ਸਟੇਟ ਸੀ, ਇਸ ਦਾ ਜਿਸ ਵਕਤ ਐਲਾਨ ਹੋਇਆ ਕੁਝ ਸ਼ਰਤਾਂ ਤੇ ਹੋਇਆ ਔਰ ਇਹ ਸ਼ਰਤਾਂ ਸਨ, ਜਿਹੜਾ ਸਾਡਾ ਸਟੇਟ ਸਬਜੈਕਟ ਆ ਉਹ ਵੀ ਉਸ ਰਾਜੇ ਨੇ ਦਿੱਤਾ ਸੀ। ਇਸ ਕਰਕੇ ਇਸ ਚੀਜ਼ ਨੂੰ ਹਟਾਉਣਾ, ਮੈਂ ਸਮਝਦਾ ਕਿ ਜਿਹੜੇ ਇੱਥੋਂ ਦੇ ਜਿਹੜੇ ਫਿਰਕੇ ਨੇ, ਜਿਸ ਤਰ੍ਹਾਂ ਡੋਗਰਾ ਕਲਚਰ ਹੈ ਉਹ ਵੀ ਖਤਰੇ ਵਿੱਚ ਪੈ ਗਿਆ ਹੈ, ਡੋਗਰਾ ਕਲਚਰ ਵੀ ਖਤਮ ਹੋ ਜਾਏਗਾ, ਸਾਡੀ ਵੀ ਸ਼ਨਾਖਤ, ਸਾਰਿਆਂ ਦੀ ਪ੍ਰਾਪਰਟੀ ਤੇ ਸਭ ਕੁਝ ਖਤਰੇ ਵਿੱਚ ਹੈ। ਇਸ ਕਰਕੇ ਸਾਰਿਆਂ ਨੂੰ ਮੈਂ ਸਮਝਦਾ ਕਿ ਸਾਨੂੰ ਇੱਕ ਆਵਾਜ਼ ਨਾਲ ਇਹਦੀ ਮੁਖਾਲਫਤ ਕਰਨੀ ਚਾਹੀਏ। ਔਰ ਮੈਨੂੰ ਲੱਗਦਾ ਹੈ ਕਿ ਇਹ, ਕਿਉਂਕਿ ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਕਿ ਇਹ ਅਨਕਨਸਟੀਟਿਊਸ਼ਨਲ ਹੈ ਔਰ ਇਹੀ ਕਾਰਨ ਹੈ ਕਿ ਅੱਜ ਤੱਕ ਸੁਪਰੀਮ ਕੋਰਟ ਸਾਇਲੈਂਟ ਹੈ, ਕਿਉਂਕਿ ਸੁਪਰੀਮ ਕੋਰਟ ਨੂੰ ਪਤਾ ਜਿਸ ਦਿਨ ਉਹਨਾਂ ਫੈਸਲਾ ਦੇਣਾ ਇਹਦੇ ਹੱਕ 'ਚ ਆਏਗਾ, ਇਹ 370 ਬਹਾਲ ਹੋਏਗਾ। ਔਰ ਇਹ ਮੈਨੂੰ ਲੱਗਦਾ ਕਿ ਉਹ ਦਿਨ ਦੂਰ ਨਹੀਂ ਹੈ, ਇਹ ਤੁਹਾਡੀ ਰਿਆਸਤ ਔਰ ਤੁਹਾਡੀ 370 ਜਿਹੜਾ ਇਹ ਬਹਾਲ ਹੋਣਾ ਹੈ ਔਰ ਉਸ ਤੇ ਬਹਾਲ ਹੋਣ ਨਾਲ ਹੀ ਇੱਥੇ ਜਿਹੜਾ ਹੈ ਉਹ ਪਾਏਦਾਰ ਅਮਨ ਹੋਏ।
ਸਿੱਖ ਕਮਿਊਨਿਟੀ ਨੂੰ ਸਟਰੋਂਗ ਪਲੇਟਫਾਰਮ ਪ੍ਰੋਵਾਈਡ ਕਰਨ ਲਈ ਤੁਹਾਡੀ ਸਾਈਡ ਤੋਂ ਕਿਸ ਤਰ੍ਹਾਂ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ? ਦੁਬਾਰਾ ਬੋਲੋ ਜੀ ਸਵਾਲ ਥੋੜਾ ਆਰਾਮ ਨਾਲ। ਸਿੱਖ ਕਮਿਊਨਿਟੀ ਨੂੰ ਸਟਰੋਂਗ ਪਲੇਟਫਾਰਮ ਪ੍ਰੋਵਾਈਡ ਕਰਨ ਲਈ ਤੁਹਾਡੀ ਸਾਈਡ ਤੋਂ ਕਿਸ ਤਰ੍ਹਾਂ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ? ਦੇਖੋ ਜੀ, ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਸੀਂ ਜਿਸ ਤਰ੍ਹਾਂ ਕਿ ਇੱਕ ਸਾਲ ਪਹਿਲਾਂ ਤਕਰੀਬਨ ਇੱਕ ਫੋਰਮ ਬਣਾਇਆ ਸੀ, ਜਿਹੜਾ ਇੱਕ ਹੋਰ ਅਸੀਂ ਸਾਰਿਆਂ ਨੂੰ ਉਹਦੇ ਵਿੱਚ ਖਾਸ ਕਰ ਨੌਜਵਾਨਾਂ ਨੂੰ ਵਿੱਚ ਸ਼ਾਮਲ ਕੀਤਾ ਸੀ, ਪੰਥ ਦਰਦੀ ਅਤੇ ਸਿੱਖ ਨੌਜਵਾਨ ਚੇਤਨਾ ਲਹਿਰ ਦੇ ਨਾਲ। ਔਰ ਅਸੀਂ ਬਿਲਕੁਲ ਇਹ ਨਾਨ ਪੋਲੀਟੀਕਲ ਅਸੀਂ ਫੋਰਮ ਤਿਆਰ ਕੀਤਾ ਸੀ ਕਿ ਅਸੀਂ ਕਮ ਸੇ ਕਮ ਇੱਕ ਰਾਏ ਅਸੀਂ ਆਪਣੀ ਬਣਾਈਏ। ਔਰ ਸਾਡੀ ਲਗਾਤਾਰ ਕੋਸ਼ਿਸ਼ ਹੈ ਕਿ ਅਸੀਂ ਹੁਣ ਵੀ ਜਿਹੜੀਆਂ ਇੱਥੇ ਕੁਝ ਲੋਕ ਨੇ ਜਿਹੜੇ ਸਿੱਖ ਹਿੱਤਾਂ ਦੀ ਗੱਲ ਕਰਦੇ ਨੇ, ਸਿੱਖ ਇਸ਼ੂਜ਼ ਦੀ ਗੱਲ ਕਰਦੇ ਨੇ, ਸਾਡਾ ਲਗਾਤਾਰ ਉਹਨਾਂ ਦੇ ਨਾਲ ਰਾਬਤਾ ਹੈ। ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਕੁਝ ਲੋਕ ਇੱਕ ਐਸੀ ਕੋਆਰਡੀਨੇਸ਼ਨ ਖਾਸ ਕਰ ਜੰਮੂ ਦੇ ਵਿੱਚ ਬਣਾਈਏ, ਕਿਉਂਕਿ ਜੰਮੂ ਦੇ ਵਿੱਚ ਜੰਮੂ ਕਸ਼ਮੀਰ ਦਾ 70% ਸਿੱਖ ਜਿਹੜਾ ਹੈ ਉਹ ਜੰਮੂ ਡਿਸਟ੍ਰਿਕਟ ਦੇ ਵਿੱਚ ਰਹਿੰਦਾ ਹੈ। ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਣੇ ਨੌਜਵਾਨ ਪੀੜ੍ਹੀ ਨੂੰ ਨਾਲ ਲੈ ਕੇ ਅਸੀਂ ਇੱਕ ਐਸਾ ਫੋਰਮ ਤਿਆਰ ਕਰੀਏ ਜਿੱਥੇ ਹਕੀਕੀ ਮਾਨਿਆਂ ਸਿੱਖ ਹਿੱਤਾਂ ਦੀ ਗੱਲ ਕੀਤੀ ਜਾਏ, ਜਿਹੜੇ ਸਾਡੇ ਮਸਾਇਲ ਨੇ ਉਹਨਾਂ ਦੀ ਗੱਲ ਕੀਤੀ ਜਾਏ, ਔਰ ਉਹਨਾਂ ਦੇ ਵਾਸਤੇ ਰਣਨੀਤੀ ਬਣਾਈ ਜਾਏ ਕਿ ਸਾਡੇ ਨਾਲ ਕਿਸ ਕਿਸ ਖੇਤਰ ਦੇ ਵਿੱਚ ਸਾਡੇ ਨਾਲ ਧੱਕੇ ਹੋ ਰਹੇ ਨੇ, ਸਾਡੇ ਨਾਲ ਵਿਤਕਰੇ ਹੋ ਰਹੇ ਨੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸੇ ਤਰ੍ਹਾਂ ਆਪਣੀ ਜਿਹੜੀ ਅਗਲੀ ਜਨਰੇਸ਼ਨ ਹੈ ਉਸ ਨੂੰ ਰਿਲੀਜੀਅਸਲੀ ਵੀ ਅਪਲਿਫਟ ਕਰਨ ਵਾਸਤੇ ਉਹ ਅਸੀਂ ਸਾਰੇ ਰਲ ਮਿਲ ਕੇ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ। ਔਰ ਅਸੀਂ ਲਗਾਤਾਰ ਉਹਦੇ ਵਿੱਚ ਅਸੀਂ ਲੱਗੇ ਰਹਿੰਦੇ ਹਾਂ। ਔਰ ਅਸੀਂ ਉਹ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਉਸ ਦਾ ਪਤਾ ਚੱਲੇਗਾ ਕਿ ਅਸੀਂ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਾਂ ਕਿ ਸਿੱਖ ਕੌਮ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਇੱਕ ਅੱਛੀ ਜਿਹੜੀ ਹੈ ਲੀਡਰਸ਼ਿਪ ਪੈਦਾ ਕੀਤੀ ਜਾਏ। ਡੀਲਿਮਿਟੇਸ਼ਨ ਦਾ ਰਿਜ਼ਲਟ ਵੀ ਹੁਣ ਆ ਚੁੱਕਿਆ ਹੈ। ਸਿੱਖ ਕਮਿਊਨਿਟੀ ਨੂੰ ਬਿਲਕੁਲ ਨਜ਼ਰਅੰਦਾਜ਼ ਕੀਤਾ ਗਿਆ। ਗਵਰਨਮੈਂਟ ਦੇ ਇਸ ਡਿਸੀਜਨ ਤੋਂ ਸਿੱਖ ਕਮਿਊਨਿਟੀ ਗੁੱਸੇ ਵਿੱਚ ਹੈ। ਇਸ ਬਾਰੇ ਤੁਹਾਡੇ ਕੀ ਵਿਊਜ਼ ਨੇ? ਡਿਟੇਲਸ ਵੀ ਦੱਸੋ ਸਰ। ਦੇਖੋ ਜੀ, ਜਿਸ ਤਰ੍ਹਾਂ ਕਿ ਸਾਡੇ ਨਾਲ ਜਿਸ ਤਰ੍ਹਾਂ ਪੰਜਾਬੀ ਲੈਂਗੁਏਜ ਦੀ ਗੱਲ ਹੋਈ ਹੈ ਕਿ ਪੰਜਾਬੀ ਲੈਂਗੁਏਜ ਸਾਡੀ ਖਤਮ ਕਰ ਦਿੱਤੀ ਗਈ, ਇਸੇ ਤਰ੍ਹਾਂ ਜਿਹੜਾ ਇਹ ਡੀਲਿਮਿਟੇਸ਼ਨ ਪ੍ਰੋਸੈਸ ਹੈ, ਮੈਂ ਤੁਹਾਨੂੰ ਥੋੜਾ ਪਹਿਲੇ ਦੱਸ ਦੇਣਾ ਚਾਹੁੰਦਾ ਹਾਂ ਕਿ ਇਹ ਸਾਰਾ ਡੀਲਿਮਿਟੇਸ਼ਨ ਪ੍ਰੋਸੈਸ ਜਿਹੜਾ ਹੈ ਇਹ ਮੇਰੇ ਹਿਸਾਬ ਦੇ ਨਾਲ ਇਹ ਸਾਰਾ ਕੁਝ ਅਨਕਨਸਟੀਟਿਊਸ਼ਨਲ ਹੈ। ਇਟ ਇਜ਼ ਅਗੇਂਸਟ ਦ ਸਪਿਰਿਟ ਆਫ ਡੈਮੋਕ੍ਰੇਸੀ, ਇਟ ਇਜ਼ ਅਗੇਂਸਟ ਦ ਸਪਿਰਿਟ ਆਫ ਸੈਕੂਲਰਿਜ਼ਮ। ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੀ ਇੱਥੋਂ ਦੀ ਜਿਹੜੀ ਅਸੈਂਬਲੀ ਸੀ, ਜਿਹੜਾ ਇੱਥੇ ਲਾਸਟ ਸੈਂਸਸ ਹੋਇਆ ਸੀ 1995 ਦੇ ਵਿੱਚ, ਉਸ ਦਾ ਜਿਹੜਾ ਬੇਸਿਸ ਸੀ ਉਹ 1981 ਦਾ ਸੈਂਸਸ, ਜਿਹੜਾ 1981 ਦੇ ਵਿੱਚ ਸੈਂਸਸ ਹੋਇਆ ਸੀ ਉਸ ਦਾ ਆਧਾਰ ਸੀ 1995 ਦਾ ਜਿਹੜਾ ਡੀਲਿਮਿਟੇਸ਼ਨ ਹੋਈ ਸੀ ਲਾਸਟ, ਉਸ ਦਾ ਆਧਾਰ 1981 ਦਾ ਸੈਂਸਸ ਸੀ। ਲੇਕਿਨ ਮੈਂ ਤੁਹਾਡੇ ਜਿਹੜਾ ਨਿਊਜ਼ ਰਿਵਿਊ ਤੁਹਾਡਾ ਜਿਹੜਾ ਚੈਨਲ ਹੈ, ਇਸ ਤਰ੍ਹਾਂ ਹੀ ਮੈਂ ਪੁੱਛਣਾ ਚਾਹੁੰਦਾ ਸਰਕਾਰ ਨੂੰ, ਇੱਥੋਂ ਦੇ ਲੋਕਾਂ ਨੂੰ ਮੇਰਾ ਸਵਾਲ ਹੈ ਕਿ ਤੁਸੀਂ ਸਰਕਾਰ ਨੂੰ ਪੁੱਛੋ ਕਿ ਇਹਦਾ ਆਧਾਰ ਕੀ ਹੈ। ਇਹਦਾ ਕੋਈ ਆਧਾਰ ਨਹੀਂ ਹੈ, ਕੋਈ ਸੈਂਸਸ ਆਧਾਰ ਨਹੀਂ ਬਣਾਇਆ ਗਿਆ। 2011 ਦਾ ਸੈਂਸਸ ਆਧਾਰ ਬਣਨਾ ਚਾਹੀਦਾ ਸੀ। ਲਾਸਟ 2011 ਦਾ ਸੈਂਸਸ ਜਿਹੜਾ ਹੋਇਆ ਸੀ ਉਸ ਨੂੰ ਆਧਾਰ ਨਹੀਂ ਬਣਾਇਆ ਗਿਆ, ਨੰਬਰ 1। ਔਰ ਦੂਸਰਾ, ਸਾਡੀ ਜਿਹੜੀ ਅਸੈਂਬਲੀ ਸੀ ਜੰਮੂ ਕਸ਼ਮੀਰ ਦੀ, ਜਿਹੜੀ ਜਮਹੂਰੀ ਤਰੀਕੇ ਨਾਲ ਇਲੈਕਟ ਹੋ ਕੇ ਆਈ ਸੀ, ਜਿਹੜੀ ਕਿ ਹਿੰਦੁਸਤਾਨ ਦੇ ਇਲੈਕਸ਼ਨ ਕਮਿਸ਼ਨ ਦੇ ਚੋਣਾਂ ਨਾਲ ਹੀ ਇਲੈਕਟ ਹੋ ਕੇ ਆਈ ਸੀ, ਜਿਹੜੀ ਉਹ ਅਸੈਂਬਲੀ ਬਣੀ ਸੀ, ਉਸਨੇ ਇਹ ਰੈਜ਼ੋਲੂਸ਼ਨ ਪਾਸ ਕੀਤਾ ਸੀ ਕਿ ਔਰ 2026 ਤੱਕ ਉਹਨਾਂ ਨੇ ਇਸ ਨੂੰ ਫਰੀਜ਼ ਕੀਤਾ ਸੀ ਡੀਲਿਮਿਟੇਸ਼ਨ ਨੂੰ। ਔਰ ਉਹ ਲੋਕਾਂ ਦਾ ਜਿਹੜਾ ਅਸੈਂਬਲੀ ਹੈ ਲੋਕਾਂ ਦਾ ਪਲੇਟਫਾਰਮ ਸੀ। ਇਹਨਾਂ ਨੇ ਇਸ ਦਫਾ 370 ਤੋੜ ਕੇ ਸਪੈਸ਼ਲ ਸਟੇਟਸ ਖਤਮ ਕਰਕੇ ਸਾਡੀ ਅਸੈਂਬਲੀ ਨੂੰ ਤੋੜ ਕੇ ਇਹ ਜਿਹੜੇ ਇਕਤਰਫਾ ਫੈਸਲੇ ਲਏ ਜਾ ਰਹੇ ਨੇ, ਇਹ ਸਾਰੇ ਹੀ ਅਨਡੈਮੋਕ੍ਰੈਟਿਕ ਨੇ, ਅਗੇਂਸਟ ਦ ਸਪਿਰਿਟ ਆਫ ਸੈਕੂਲਰਿਜ਼ਮ ਨੇ। ਔਰ ਇਸ ਕਰਕੇ ਮੇਰੀ ਇਹ ਗੁਜ਼ਾਰਿਸ਼ ਹੈ ਕਿ ਇਹ ਜਿਹੜਾ ਖਾਸ ਕਰ ਡੀਲਿਮਿਟੇਸ਼ਨ ਸਿੱਖਾਂ ਦੇ ਕਰਕੇ ਮੈਂ ਤੁਹਾਨੂੰ ਗੱਲ ਕਰਾਂ, ਹੁਣ ਮੈਂ ਆਪਣੀ ਕਮਿਊਨਿਟੀ ਤੇ ਆ ਜਾਵਾਂ ਕਿ ਅਗਰ ਸਾਰੀਆਂ ਜਿਹੜੇ ਸਾਡੇ, ਮੈਨੂੰ ਯਾਦ ਆ ਕਿ ਮੈਂ ਖੁਦ ਉੱਥੇ ਮੌਜੂਦ ਸਾਂ ਪਿਛਲੇ ਦਿਨਾਂ, ਜਿਸ ਵਕਤ ਇੱਥੇ ਡੀਲਿਮਿਟੇਸ਼ਨ ਕਮਿਸ਼ਨ ਜੰਮੂ ਵਿੱਚ ਆਇਆ ਸੀ ਕੁਝ ਮਹੀਨੇ ਪਹਿਲਾਂ, ਤਾਂ ਸਾਡੇ ਸਵਰਗਵਾਸੀ ਸਰਦਾਰ ਤਰਲੋਚਨ ਸਿੰਘ ਜੀ ਵਜ਼ੀਰ, ਜੋ ਕਿ ਜੰਮੂ ਕਸ਼ਮੀਰ ਗੁਰਦੁਆਰਾ ਬੋਰਡ ਦੇ ਚੇਅਰਮੈਨ ਸਨ, ਉਹਨਾਂ ਦੇ ਯਤਨਾਂ ਸਦਕਾ ਉਹਨਾਂ ਨੇ ਜਿਤਨੇ ਵੀ ਸਿੱਖ ਲੀਡਰ ਨੇ ਸਾਰੀ ਸਿਆਸੀ ਪਾਰਟੀਆਂ ਦੇ ਵਿੱਚ, ਈਵਨ ਕਿ ਬੀਜੇਪੀ ਦੇ ਵੀ ਸਿੱਖ ਲੀਡਰਾਂ ਨੂੰ ਉਹਨਾਂ ਨੇ ਬੁਲਾ ਕੇ ਉਹਨਾਂ ਨੇ ਸਾਂਝੇ ਤੌਰ ਤੇ ਏਸ਼ੀਆ ਹੋਟਲ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ। ਮੈਂ ਉੱਥੇ ਮੌਜੂਦ ਸਾਂ। ਔਰ ਉਹਨਾਂ ਨੇ ਕਿਹਾ ਸੀ ਕਿ ਭਈ ਉਹਨਾਂ ਨੇ ਇੱਕ ਮੈਮੋਰੈਂਡਮ ਵੀ ਪੇਸ਼ ਕੀਤਾ ਸੀ ਉਸ ਇਸ ਨੂੰ ਡੀਲਿਮਿਟੇਸ਼ਨ ਕਮਿਸ਼ਨ ਨੂੰ। ਔਰ ਉਹਨਾਂ ਕਿਹਾ ਸੀ ਕਿ ਭਈ ਅਗਰ ਤੁਸੀਂ ਕਸ਼ਮੀਰੀ ਪੰਡਤਾਂ ਦੇ ਵਾਸਤੇ ਸੀਟਾਂ ਰਿਜ਼ਰਵ ਕਰ ਸਕਦੇ ਹੋ ਤਾਂ ਸਾਡੇ ਵਾਸਤੇ ਕਿਉਂ ਨਹੀਂ।
ਕਿਉਂਕਿ ਸਾਡੀ ਜਿਹੜੀ ਪੋਪੂਲੇਸ਼ਨ ਹੈ ਉਹ ਸਕੈਟਰਡ ਹੈ। ਸਾਡੀ ਕੋਈ ਇੱਕ ਸੀਟ ਜਿਹੜੀ ਹੈ ਤੁਸੀਂ ਉਹਨੂੰ ਨਿਸ਼ਚਿਤ ਕਰ ਦਿਓ, ਇੱਕ ਸੀਟ ਸਾਡੇ ਵਾਸਤੇ ਉਹਨੂੰ ਰਿਜ਼ਰਵ ਕਰ ਦਿਓ। ਲੇਕਿਨ ਬੜੇ ਦੁੱਖ ਦੀ ਗੱਲ ਹੈ ਕਿ ਇੱਥੇ ਅਗਰ ਪਹਾੜੀਆਂ ਵਾਸਤੇ ਹੋ ਸਕਦੀ ਹੈ, ਗੁੱਜਰਾਂ ਵਾਸਤੇ ਹੋ ਸਕਦੀ ਹੈ, ਤਾਂ ਸਿੱਖਾਂ ਵਾਸਤੇ ਕਿਉਂ ਨਹੀਂ ਹੋ ਸਕਦੀ? ਕਿਉਂਕਿ ਸਿੱਖਾਂ ਦੀ ਅਸੀਂ ਮਿਨੋਰਟੀ ਵਿੱਚ ਹੈ ਔਰ ਸਾਡੀ ਇੱਕ ਬੜੀ ਅੱਛੀ ਪੋਪੂਲੇਸ਼ਨ ਹੈ ਔਰ ਇਹ ਸਾਡੇ ਨਾਲ ਬਹੁਤ ਵੱਡਾ ਵਿਤਕਰਾ ਹੋਇਆ ਹੈ। ਔਰ ਮੈਂ ਸਮਝਦਾ ਕਿ ਇਹ ਸਾਰਾ ਕੁਝ ਜੋ ਹੈ, ਇਹ ਸਾਰਾ ਕੁਝ ਦਫਾ 370 ਟੁੱਟਣ ਦੀ ਵਜ੍ਹਾ ਨਾਲ ਹੋਇਆ ਹੈ। ਔਰ ਇਹ ਅੱਜ ਜੰਮੂ ਦੇ ਲੋਕ ਵੀ ਦਬੀ ਜ਼ੁਬਾਨ ਵਿੱਚ ਆਵਾਜ਼ ਉਠਾ ਰਹੇ ਨੇ ਕਿ ਭਾਈ ਇਹ ਸਾਨੂੰ ਮਨਜ਼ੂਰ ਨਹੀਂ ਹੈ, ਇਸ ਨੂੰ ਲੋਕ ਰਿਜੈਕਟ ਕਰ ਰਹੇ ਨੇ। ਲੇਕਿਨ ਬੜੇ ਦੁੱਖ ਦੀ ਗੱਲ ਹੈ ਕਿ ਨਾ ਹੀ ਇਹ ਸਾਡੀ ਕਿਸੇ ਲੈਜਿਸਲੇਟਿਵ ਕੋਲੋਂ ਪੁੱਛਿਆ ਗਿਆ ਹੈ, ਨਾ ਹੀ ਸਾਡੇ ਕਿਸੇ ਆਵਾਮ ਕੋਲੋਂ ਪੁੱਛਿਆ ਗਿਆ ਹੈ। ਇਹ ਸਾਰੇ ਇਕਤਰਫਾ ਫੈਸਲੇ ਜਿਹੜੇ ਕੀਤੇ ਜਾ ਰਹੇ ਨੇ, ਮੈਂ ਸਮਝਦਾ ਕਿ ਇਹ ਡੈਮੋਕ੍ਰੈਟਿਕ ਸਪਿਰਿਟ ਦੇ ਖਿਲਾਫ ਹੈ। ਜਿਸ ਤਰ੍ਹਾਂ ਤੁਸੀਂ ਹੁਣੇ ਗੱਲ ਕੀਤੀ ਵਜ਼ੀਰ ਸਾਹਿਬ ਦੀ, ਪਿਛਲੇ ਦਿਨਾਂ ਸਿੱਖ ਕਮਿਊਨਿਟੀ ਦੇ ਹੋਣਹਾਰ ਲੀਡਰ ਸਰਦਾਰ ਤਰਲੋਚਨ ਸਿੰਘ ਵਜ਼ੀਰ ਜੀ ਦੀ ਦਰਦਨਾਕ ਹੱਤਿਆ ਹੋਈ ਤੇ ਮੈਂ ਨਿਊਜ਼ ਰਿਵਿਊ ਦੀ ਪੂਰੀ ਟੀਮ ਦੇ ਸਾਈਡ ਤੋਂ ਸ਼ਰਧਾਂਜਲੀ ਪੇਂਟ ਕਰਦੀ ਹਾਂ ਅਤੇ ਜਾਣਨਾ ਚਾਹੁੰਦੀ ਹਾਂ ਕਿ ਇਸ ਹੱਤਿਆਕਾਂਡ ਦੀ ਇਨਵੈਸਟੀਗੇਸ਼ਨ ਕਿੱਥੇ ਤੱਕ ਪਹੁੰਚੀ, ਕਿ ਫੈਮਿਲੀ ਅਤੇ ਪੂਰੀ ਸਿੱਖ ਕਮਿਊਨਿਟੀ ਨੂੰ ਜਸਟਿਸ ਮਿਲਣ ਦੀ ਉਮੀਦ ਹੈ? ਦੇਖੋ ਜੀ, ਜਿਹੜਾ ਤੁਸੀਂ ਇਹ ਸਵਾਲ ਪੁੱਛਿਆ ਹੈ ਸਰਦਾਰ ਸਵਰਗਵਾਸੀ ਸਰਦਾਰ ਤਰਲੋਚਨ ਸਿੰਘ ਜੀ ਵਜ਼ੀਰ, ਮੈਂ ਦੱਸ ਦਿਆਂ ਕਿ ਉਹਨਾਂ ਦਾ ਜਿਹੜਾ ਕਤਲ ਹੋਇਆ ਹੈ, ਉਹਨਾਂ ਦਾ ਜਿਹੜਾ ਬੜਾ ਹੀ ਇੱਕ ਮਿਸਟੀਰੀਅਸ ਕਤਲ ਹੋਇਆ ਹੈ, ਇਹ ਸਿੱਖ ਕੌਮ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਕਿਉਂਕਿ ਸਰਦਾਰ ਤਰਲੋਚਨ ਸਿੰਘ ਵਜ਼ੀਰ ਇੱਕ ਬੜੇ ਬੋਲਡ ਲੀਡਰ ਸਨ, ਜਿਹੜੇ ਬੜੇ ਨਿਧੜਕ ਸਿੱਖ ਆਵਾਮ ਦੀ, ਜੰਮੂ ਕਸ਼ਮੀਰ ਦੇ ਸਿੱਖਾਂ ਦੀ ਗੱਲ ਕਰਦੇ ਸਨ। ਔਰ ਉਹਨਾਂ ਨੇ ਕਦੇ ਵੀ ਇੱਥੋਂ ਦੀਆਂ ਕਮਿਊਨਲ ਔਰ ਫੈਸਿਸਟ ਤਾਕਤਾਂ ਦੇ ਨਾਲ ਹੱਥ ਨਹੀਂ ਮਿਲਾਇਆ। ਔਰ ਉਹ ਨਾਲ ਹੀ ਨਾਲ ਪੂਰੇ ਟਰਾਂਸਪੋਰਟ ਸਿਸਟਮ ਦੇ ਚੇਅਰਮੈਨ ਸਨ ਔਰ ਡਟ ਕੇ ਸਿੱਖ ਹਿੱਤਾਂ ਦੀ ਗੱਲ ਕਰਦੇ ਸਨ। ਔਰ ਸਭ ਤੋਂ ਬੜੀ ਗੱਲ ਹੈ ਕਿ ਉਹ ਇੱਕ ਐਸਟੈਬਲਿਸ਼ ਸਿੱਖ ਲੀਡਰ ਸਨ, ਬੇਲਾਗ ਸਿੱਖ ਲੀਡਰ ਸਨ। ਮੈਂ ਸਮਝਦਾ ਕਿ ਇਹ ਸਿੱਖ ਕੌਮ ਨੂੰ ਬਹੁਤ ਵੱਡਾ ਘਾਟਾ ਪਿਆ ਔਰ ਅੱਜ ਵਾਕਈ ਸਾਰੀ ਕਮਿਊਨਿਟੀ ਰਿਅਲਾਈਜ਼ ਕਰ ਰਹੀ ਹੈ। ਜਿੱਥੋਂ ਤੱਕ ਤੁਸੀਂ ਪੁੱਛਿਆ ਕਿ ਉਹਨਾਂ ਦੀ ਇਨਵੈਸਟੀਗੇਸ਼ਨ ਕਿੱਥੇ ਪਹੁੰਚੀ ਹੈ, ਇਹ ਜਵਾਬ ਤੁਹਾਨੂੰ ਦਿੱਲੀ ਪੁਲਿਸ ਹੀ ਦੇ ਸਕਦੀ ਹੈ, ਕਿਉਂਕਿ ਉਹ ਇਨਵੈਸਟੀਗੇਸ਼ਨ ਕਰ ਰਹੀ ਹੈ, ਮੈਂ ਨਹੀਂ ਦੇ ਸਕਦਾ। ਲੇਕਿਨ ਸਾਨੂੰ ਇੱਕ ਚੀਜ਼ ਦਾ ਬੜਾ ਦੁੱਖ ਹੈ ਕਿ ਸਾਰੀਆਂ ਸਿੱਖ ਜਥੇਬੰਦੀਆਂ ਨੇ, ਸਾਰੇ ਮੌਜੂਦ ਲੋਕਾਂ ਨੇ ਕਿਹਾ ਕਿ ਭਾਈ ਇਹਦੇ ਪਿੱਛੇ ਜਿਹੜੇ ਸਾਜ਼ਿਸ਼ਕਰਤਾ ਨੇ, ਜਿਹੜੇ ਕਨਸਪੀਰੇਟਰਸ ਨੇ, ਉਹ ਸਾਹਮਣੇ ਆਣੇ ਚਾਹੀਦੇ ਨੇ। ਹਲੇ ਤੱਕ ਉਹ ਕੋਈ ਇਨਸਾਫ ਸਾਨੂੰ ਨਹੀਂ ਮਿਲਿਆ, ਨਾ ਪਰਿਵਾਰ ਨੂੰ, ਨਾ ਕੌਮ ਨੂੰ। ਔਰ ਖਾਸ ਕਰ ਇੱਕ ਬੰਦਾ ਜਿਹੜਾ ਕਿਸੇ ਤੱਕ ਉਹ ਫੜਿਆ ਨਹੀਂ ਗਿਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਡੇ ਮਨਾਂ ਦੇ ਵਿੱਚ ਬਹੁਤ ਹੀ ਇੱਕ ਡਰ, ਭੈ ਔਰ ਸ਼ੱਕ ਕ੍ਰੀਏਟ ਕਰ ਰਹੀਆਂ ਨੇ ਕਿ ਇੱਥੋਂ ਦਾ ਜਿਹੜਾ ਨਿਜ਼ਾਮ ਹੈ, ਇੱਥੋਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ, ਉਹ ਫੇਲੀਅਰ ਸਾਡਾ ਕੀ ਕਰ ਰਿਹਾ, ਉਹ ਕਲੀਅਰ ਨਹੀਂ ਹੈ। ਇਸ ਕਰਕੇ ਮੇਰੀ ਇਸ ਇਨਵੈਸਟੀਗੇਸ਼ਨ ਏਜੰਸੀਜ਼ ਨੂੰ ਔਰ ਖਾਸ ਕਰ ਸਰਕਾਰ ਨੂੰ ਇਹ ਰਿਕੁਐਸਟ ਹੈ ਕਿ ਇਹ ਜਿਹੜਾ ਮਰਡਰ ਹੋਇਆ ਹੈ, ਇਹਦੇ ਪਿੱਛੇ ਪੂਰੀ ਜਿਹੜੀ ਕਨਸਪੀਰੇਸੀ ਹੈ, ਉਹ ਐਂਗਲ ਵੀ ਦੇਖਣਾ ਚਾਹੀਦਾ ਹੈ। ਉਹ ਕਿਹੜੇ ਲੋਕ ਨੇ ਜਿਹੜੇ ਵਜ਼ੀਰ ਨੂੰ ਇਸ ਸੀਨ ਤੋਂ ਹਟਾਉਣਾ ਚਾਹੁੰਦੇ ਸਨ। ਔਰ ਇਸ ਕਰਕੇ ਇਹ ਬੜਾ ਹੀ ਇੱਕ ਭੈ ਹੈ ਔਰ ਮੈਂ ਸਮਝਦਾ ਕਿ ਇਹ ਇੱਕ ਸਾਜ਼ਿਸ਼ ਹੈ, ਬੜੀ ਸਾਜ਼ਿਸ਼ ਹੋਈ ਹੈ ਸਾਡੇ ਨਾਲ। ਕਿ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਬਾਕੀ ਲੋਕਾਂ ਨੂੰ ਡਰਾ ਧਮਕਾ ਕੇ ਇੱਥੇ ਕੁਝ ਲੋਕ ਆਪਣੀ ਮਨਮਰਜ਼ੀ ਦੇ ਸਰਕਾਰ ਦੇ ਪਿੱਠੂ ਸਾਡੇ ਉੱਪਰ ਠੋਕਣਾ ਚਾਹੁੰਦੀ ਹੈ। ਔਰ ਇਹ ਬਹੁਤ ਹੀ ਮੰਦਭਾਗੀ ਔਰ ਬੜੀ ਚਿੰਤਾਜਨਕ ਸਥਿਤੀ ਹੈ। ਔਰ ਇਹਦੇ ਵਿੱਚ ਸਾਡੇ ਨੌਜਵਾਨਾਂ ਦਾ, ਪੰਥਕ ਲੋਕਾਂ ਦਾ ਬੜਾ ਰੋਲ ਬਣਦਾ ਹੈ। ਸਾਨੂੰ ਛੋਟੇ ਮੋਟੇ ਗਿਲੇ ਸ਼ਿਕਵੇ ਭੁਲਾ ਕੇ ਮਿਲ ਬੈਠ ਕੇ ਇੱਕ ਸਟਰੋਂਗ ਪਲੇਟਫਾਰਮ ਕ੍ਰੀਏਟ ਕਰਨਾ ਚਾਹੀਦਾ ਹੈ ਔਰ TS ਵਜ਼ੀਰ ਦੇ ਹੱਤਿਆ ਦੇ ਇਨਸਾਫ ਦੇ ਵਾਸਤੇ ਮਿਲ ਜੁਲ ਕੇ ਕੰਮ ਕਰਨਾ ਚਾਹੀਦਾ। ਬਿਲਕੁਲ ਭੁਜਵਾਨੀ ਚੌਕ ਤੇ ਬੰਦਾ ਸਿੰਘ ਬਹਾਦਰ ਜੀ ਦਾ ਸਟੇਟਸ ਲਗਾਉਣ ਦੀ ਗਵਰਨਮੈਂਟ ਨੇ ਪਰਮਿਸ਼ਨ ਦਿੱਤੀ ਸੀ, ਬਟ ਕੀ ਰੀਜ਼ਨ ਹੈ ਜੋ ਹਜੇ ਤੱਕ ਸਟੈਚੂ ਨਹੀਂ ਲੱਗ ਪਾਇਆ? ਗੂਗਲ ਤੇ ਸਰਚ ਕਰੋ ਤੇ ਭੁਜਵਾਨੀ ਚੌਕ ਦਾ ਨਾਮ ਗੁਲਾਬ ਸਿੰਘ ਚੌਕ ਸ਼ੋ ਹੁੰਦਾ ਹੈ। ਇਹ ਕਦੋਂ ਹੋਇਆ, ਇਸ ਦੀ ਤੁਹਾਨੂੰ ਕੋਈ ਨੌਲੇਜ ਹੈ? ਦੇਖੋ ਜੀ, ਤੁਸੀਂ ਜਿਹੜੀ ਮੈਨੂੰ ਇਹ ਗੱਲ ਦੱਸੀ ਅੱਜ ਬੜੀ ਚਿੰਤਾਜਨਕ ਹੈ। ਮੈਂ ਨਹੀਂ ਇਸ ਨੂੰ, ਮੇਰੀ ਨਜ਼ਰ ਵਿੱਚ ਨਹੀਂ ਇਹ ਗੱਲ ਆਈ, ਮੈਂ ਵੀ ਚੈੱਕ ਕਰਾਂਗਾ। ਲੇਕਿਨ ਤੁਸੀਂ ਖੁਦ ਅੰਦਾਜ਼ਾ ਲਗਾਓ ਕਿ ਸਾਡੀ ਸਥਿਤੀ ਕੀ ਬਣ ਗਈ ਆ, ਅੱਜ ਅਸੀਂ ਕਿੱਥੇ ਪਹੁੰਚ ਗਏ ਹਾਂ। ਤੁਸੀਂ ਦੇਖੋ ਕਿ ਕਿਤਨੀ ਹੈਰਾਨਗੀਜਨਕ ਗੱਲ ਹੈ ਕਿ ਤੁਹਾਨੂੰ ਖੁਦ ਪਤਾ ਹੈ ਕਿ ਇੱਥੋਂ ਦੀ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਜੰਮੂ ਹੈ, ਉਸਨੇ 28-29 ਫਰਵਰੀ ਨੂੰ ਆਪਣੇ ਰੈਜ਼ੋਲੂਸ਼ਨਸ ਦੇ ਵਿੱਚ ਇਸ ਨੂੰ ਬੰਦਾ ਸਿੰਘ ਬਹਾਦਰ ਚੌਕ ਦੀ ਸੈਂਕਸ਼ਨ ਅਕਾਰਡ ਕਰ ਦਿੱਤੀ ਹੈ। ਮੇਰੇ ਕਹਿਣ ਤੋਂ ਭਾਵ ਹੈ ਕਿ ਸਰਕਾਰ ਨੇ ਇਸ ਨੂੰ ਬੰਦਾ ਸਿੰਘ ਬਹਾਦਰ ਚੌਕ ਜਿਹੜਾ ਡਿਕਲੇਅਰ ਕਰ ਦਿੱਤਾ ਹੈ। ਔਰ ਜਿਹੜੇ ਖਾਸ ਕਰ ਇੱਥੋਂ ਦੇ ਲੀਡਰ ਨੇ, ਇੱਥੋਂ ਦੇ ਜਿਹੜੇ LG ਸਾਹਿਬ ਨੇ, ਉਹਨਾਂ ਨੇ ਵੀ ਸਾਡੀਆਂ ਸਟੇਜਾਂ ਤੇ ਆ ਕੇ ਕਈ ਵਾਰੀ ਕਿਹਾ ਜੀ ਉਹ ਬੰਦਾ ਸਿੰਘ ਬਹਾਦਰ ਚੌਕ ਆਪਕੋ ਦੇ ਦਿਆ ਗਿਆ।
ठीक है जी। जी और ਜਿਹੜੇ ਇੱਥੋਂ ਦੇ ਬੀਜੇਪੀ ਦੇ ਲੀਡਰ ਰਹੇ ਨੇ ਕਵਿੰਦਰ ਗੁਪਤਾ, ਉਹਨਾਂ ਨੇ ਕਈ ਵਾਰ ਪ੍ਰੈਸ ਕਾਨਫਰੰਸਾਂ ਕਰਕੇ ਇਹ ਗੱਲ ਕਹੀ ਹੈ। ਲੇਕਿਨ ਦੂਸਰੇ ਪਾਸੇ ਜਿਹੜੀ ਤੁਸੀਂ ਗੱਲ ਕਹੀ ਹੈ, ਇਹ ਬੜੀ ਦੁਖਦਾਈ गुलाब ਗੱਲ ਹੈ। सिंह चौक ਚੌਂਕ, ਇਹ ਸਾਰੀ ਜਿਹੜੀ ਇੱਕ ਸਾਜ਼ਿਸ਼ ਹੈ, ਮੈਂ ਸਮਝਦਾ ਹੈ ਸਾਡੀ ਕੌਮ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ। ਔਰ ਜਿਸ ਵਕਤ ਇਹਨਾਂ ਨੇ ਇਹ ਡਿਕਲੇਅਰ ਕਰ ਦਿੱਤਾ ਕਿ ਜਿਹੜਾ ਕੁਜਵਾਣੀ ਚੌਕ ਹੈ, ਇਸ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਚੌਕ ਰੱਖਿਆ ਜਾਏਗਾ, ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਸਾਡੇ ਸਵਰਗਵਾਸੀ ਸਰਦਾਰ ਤਰਲੋਚਨ ਸਿੰਘ ਜੀ ਵਜ਼ੀਰ ਤੇ ਉਹਨਾਂ ਦੇ ਐਫਰਟ ਸਦਕਾ ਅਤੇ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਦੇ ਯਤਨਾਂ ਸਦਕਾ ਅਸੀਂ ਆਰਡਰ ਵੀ ਦੇ ਦਿੱਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬੁੱਤ ਬਣਾਉਣ ਵਾਸਤੇ, ਸਟੈਚੂ ਉਹਨਾਂ ਦਾ। ਔਰ 25 ਲੱਖ ਰੁਪਏ ਦਾ ਅਸੀਂ ਉਹਨਾਂ ਨੂੰ ਤਕਰੀਬਨ ਜੋ ਹੈ 7-8 ਲੱਖ ਰੁਪਇਆ ਅਸੀਂ ਪੇ ਕਰ ਚੁੱਕੇ ਹਾਂ। ਬਾਕੀ ਪੈਸਾ ਅਸੀਂ ਦੇਣਾ ਹੈ ਔਰ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਕਿਸ ਦਿਨ ਸਾਨੂੰ ਉੱਥੇ ਇਜਾਜ਼ਤ ਦਿੱਤੀ ਜਾਏ ਬਕਾਇਦਾ। ਲੇਕਿਨ ਇਹ ਜਿਹੜਾ ਕੌਮ ਨੂੰ ਭੰਬਲ ਭੂਸੇ ਵਿੱਚ ਰੱਖਿਆ ਗਿਆ ਹੈ, ਮੈਂ ਸਮਝਦਾ ਕਿ ਇਹ ਸਾਡੇ ਨਾਲ ਇੱਕ ਹੋਰ ਵੱਡਾ ਧੱਕਾ ਹੈ। ਔਰ ਫਿਰ ਇਸ ਦੀ ਗੱਲ ਉੱਥੇ ਹੀ ਆ ਜਾਂਦੀ ਹੈ ਕਿ ਸਿੱਖ ਕੌਮ ਦੇ ਨਾਲ ਮੈਂ ਸਮਝਦਾ ਕਿ ਇਹ ਜਿਹੜੀ ਮੌਜੂਦਾ ਐਡਮਿਨਿਸਟ੍ਰੇਸ਼ਨ ਹੈ ਸੀਰੀਅਸ ਨਹੀਂ ਹੈ ਸਾਡੇ ਹੱਕਾਂ ਪ੍ਰਤੀ। ਔਰ ਸਾਨੂੰ ਸਾਰਿਆਂ ਨੂੰ ਮਿਲ ਬੈਠ ਕੇ ਆਪਣੇ ਹੱਕਾਂ ਪ੍ਰਤੀ ਕੋਈ ਨਾ ਕੋਈ ਮਿਲ ਬੈਠ ਕੇ ਇੱਕ ਮਜ਼ਬੂਤ ਆਵਾਜ਼ ਉਠਾਉਣੀ ਪਏਗੀ। ਸਾਨੂੰ ਆਪਣੇ ਹੱਕਾਂ ਵਾਸਤੇ ਅੱਗੇ ਆਉਣਾ ਪਏਗਾ। ਜਿਸ ਤਰ੍ਹਾਂ ਸਾਡੇ ਪੰਜਾਬ ਦੇ ਜਾਂ ਦੁਨੀਆ ਭਰ ਦੇ ਖਾਸ ਕਰ ਹਿੰਦੁਸਤਾਨ ਦੇ ਕਿਸਾਨਾਂ ਨੇ ਆਪਣੇ ਹੱਕਾਂ ਲਈ ਇੱਕ ਜਦੋਜਹਿਦ ਕੀਤੀ ਸੀ, ਪੀਸਫੁਲ ਔਰ ਜਿੱਤ ਪ੍ਰਾਪਤ ਕੀਤੀ ਹੈ, ਇਸੇ ਤਰ੍ਹਾਂ ਮੈਂ ਸਮਝਦਾ ਸਾਨੂੰ ਵੀ ਇੱਥੇ ਸਾਰਿਆਂ ਨੂੰ ਮਿਲ ਬੈਠ ਕੇ ਜਦੋਜਹਿਦ ਕਰਨੀ ਪਏਗੀ ਆਪਣੇ ਹੱਕਾਂ ਦੇ ਵਾਸਤੇ, ਤਾਂ ਹੀ ਜਾ ਕੇ ਜੋ ਸਾਡਾ ਭਵਿੱਖ ਹੈ, ਜੋ ਸਾਡੇ ਹਕੂਕ ਨੇ, ਉਹ ਸੁਰੱਖਿਅਤ ਰਹਿ ਸਕਦੇ ਨੇ। जे ਵਿੱਚ ਗੁਰਪੁਰਬ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਿਕ ਮਨਾਇਆ ਜਾਂਦਾ ਹੈ ਜਾਂ ਵਿਕਰਮੀ ਕੈਲੰਡਰ ਦੇ ਮੁਤਾਬਿਕ? ਹੁਣ ਅਲੱਗ-ਅਲੱਗ ਡੇਟ ਤੇ ਗੁਰਪੁਰਬ ਮਨਾਇਆ ਜਾਂਦਾ ਹੈ, ਜਿਸ ਕਾਰਨ ਸਿੱਖ ਕੌਮ ਵਿੱਚ ਆਪਸ ਵਿੱਚ ਦੂਰੀ ਪੈਦਾ ਹੋ ਰਹੀ ਹੈ। ਕੀ ਰੀਜ਼ਨ ਹੈ? ਦੇਖੋ ਜੀ, ਥੋੜਾ ਮੈਂ ਤੁਹਾਨੂੰ ਵਿਸਤਾਰ ਵਿੱਚ ਦੱਸ ਦਿਆਂ ਕਿ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ ਹੈ, ਉਹ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ 2003 ਦੇ ਵਿੱਚ ਲਾਗੂ ਕੀਤਾ ਗਿਆ ਜੀ। ਔਰ 2010 ਤੱਕ ਉਹ ਕੈਲੰਡਰ ਮੂਲ ਨਾਨਕਸ਼ਾਹੀ ਕੈਲੰਡਰ ਜਿਹੜਾ ਉਹ ਚੱਲਿਆ ਅਤੇ ਫਿਰ ਅਚਾਨਕ ਉਸ ਨੂੰ 7 ਸਾਲ ਚੱਲਣ ਤੋਂ ਬਾਅਦ ਉਸ ਨੂੰ ਅਚਾਨਕ ਸ਼੍ਰੋਮਣੀ ਕਮੇਟੀ ਦੇ ਜਿਹੜੇ ਲੋਕ ਕਾਬਜ਼ ਨੇ, ਉਹਨਾਂ ਨੇ ਸਿੱਖ ਵਿਰੋਧੀ ਤਾਕਤਾਂ ਦੇ ਕਹਿਣ ਤੇ ਉਸ ਨੂੰ ਉੱਥੋਂ ਹਟਾ ਦਿੱਤਾ। ਕਿਉਂਕਿ ਦੇਖੋ ਇੱਕ ਚੀਜ਼ ਬੜੀ ਕਲੀਅਰ ਹੈ ਕਿ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ ਹੈ, ਉਹ ਸਾਡੀ ਅਟਰੀ ਪਹਿਚਾਣ ਦਾ ਪ੍ਰਤੀਕ ਹੈ, ਉਹ ਸਾਡੀ ਇੱਕ ਸੈਪਰੇਟ ਆਈਡੈਂਟੀਟੀ ਦਾ ਪ੍ਰਤੀਕ ਹੈ। ਕਿਉਂਕਿ ਜਿਸ ਤਰ੍ਹਾਂ ਅਸੀਂ ਅਗਰ ਆਪਣੇ ਬੱਚਿਆਂ ਦਾ ਜਨਮ ਦਿਨ ਇੱਕ ਡੇਟ ਨੂੰ ਮਨਾਉਂਦੇ ਹਾਂ ਤਾਂ ਸਾਡੀਆਂ ਡੇਟਸ ਫਿਕਸ ਹੋਣੀਆਂ ਚਾਹੀਦੀਆਂ ਨੇ। ਇਸੇ ਤਰ੍ਹਾਂ ਸਾਡੇ ਗੁਰੂ ਸਾਹਿਬਾਨ ਦੇ ਜਿਹੜੇ ਪ੍ਰਕਾਸ਼ ਪੁਰਬ ਨੇ, ਸ਼ਹੀਦੀ ਦਿਹਾੜੇ ਨੇ, ਉਹ ਸਾਰੇ ਉਹਨਾਂ ਦੀ ਡੇਟ ਜਿਹੜੀ ਹੈ ਉਹ ਫਿਕਸ ਹੋਣੀ ਚਾਹੀਦੀ ਹੈ। ਉਸੇ ਚੀਜ਼ ਨੂੰ ਮੁੱਖ ਰੱਖ ਕੇ ਇਹ ਜੋ ਕੈਲੰਡਰ ਹੈ ਮੂਲ ਨਾਨਕਸ਼ਾਹੀ, ਇਹ 7 ਸਾਲ ਸ਼੍ਰੋਮਣੀ ਕਮੇਟੀ ਨੇ ਲਾਗੂ ਰੱਖਿਆ ਔਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲਾਗੂ ਹੋਇਆ। ਲੇਕਿਨ 2010 ਵਿੱਚ ਅਚਾਨਕ ਹਟਾ ਦਿੱਤਾ ਗਿਆ। ਲੇਕਿਨ ਜਿਹੜੇ ਪੰਥਕ ਲੋਕ ਨੇ, ਜਿਹੜੇ ਸਾਡੇ ਖਾਸ ਕਰ ਅੱਜ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਉਹਨਾਂ ਦੇ ਜਜ਼ਬਾਤ ਇਸ ਚੀਜ਼ ਨਾਲ ਜੁੜੇ ਨੇ ਔਰ ਉਹ ਸਮਝਦੇ ਨੇ ਕਿ ਸਾਰੀ ਕੌਮ ਸਮਝਦੀ ਹੈ ਕਿ ਭਈ ਸਾਡਾ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸਾਡੀਆਂ ਡੇਟਾਂ ਫਿਕਸ ਹੋਣੀਆਂ ਚਾਹੀਦੀਆਂ ਨੇ। ਔਰ ਉਸੇ ਚੀਜ਼ ਨੂੰ ਲੈ ਕੇ ਜੰਮੂ ਦੇ ਵਿੱਚ ਵੀ ਸਾਡੀ ਮੈਜੋਰਟੀ ਕਮਿਊਨਿਟੀ ਦਾ ਇਹੋ ਵਿਊ ਸੀ। ਔਰ ਇਸ ਵਾਰ ਸਾਡੇ ਜਿਹੜਾ ਪੰਥ ਦਰਦੀ ਸਿੱਖ ਨੌਜਵਾਨ ਚੇਤਨਾ ਲਹਿਰ ਦੇ ਜਿਹੜੇ ਸਮੂਹ ਪ੍ਰਬੰਧਕ ਨੇ ਔਰ ਸਮੂਹ ਸੇਵਾਦਾਰ ਨੇ, ਉਹਨਾਂ ਨੇ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਅਪੀਲ ਕੀਤੀ ਕਿ ਇਸ ਵਾਰ ਤੁਸੀਂ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਪ੍ਰਕਾਸ਼ ਪੁਰਬ ਆ ਰਿਹਾ ਹੈ, ਔਰ ਤੁਸੀਂ ਦੇਖੋ ਕਿ ਇਸ ਸਾਲ 2 ਵਾਰ ਆ ਰਿਹਾ ਹੈ, ਜਿਹੜਾ ਸਾਡਾ ਇੰਗਲਿਸ਼ ਕੈਲੰਡਰ ਹੈ ਉਹਦੇ ਵਿੱਚ ਤੁਸੀਂ ਨੋਟ ਕਰੋ, ਦੇਖੋ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਅਸੀਂ ਆਪਣੇ ਗੁਰੂ ਦਾ ਪੁਰਬ 2 ਡੇਟਾਂ ਨੂੰ ਮਨਾਵਾਂਗੇ। ਇਸ ਕਰਕੇ ਅਸੀਂ ਇਸ ਵਾਰ ਜਿਹੜਾ ਅਸੀਂ ਇਸ ਨੂੰ ਬਿਲਕੁਲ 3 ਤਰੀਕ ਨੂੰ ਜੋ ਨਗਰ ਕੀਰਤਨ ਹੈ ਗੁਰਦੁਆਰਾ ਚਾਂਦ ਨਗਰ ਸਾਹਿਬ ਤੋਂ ਕੱਢਿਆ ਜਾਏਗਾ ਔਰ 5 ਤਰੀਕ ਨੂੰ ਚਾਂਦ ਨਗਰ ਵਿਖੇ ਹੀ ਜੋ ਗੁਰਮਤਿ ਸਮਾਗਮ ਇਸ ਪੁਰਬ ਨੂੰ ਸਮਰਪਿਤ ਉੱਥੇ ਹੋਏਗਾ। ਮੇਰੀ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਕੀਤੀ ਜਾਏ ਔਰ ਤਾਂ ਕਿ ਅਸੀਂ ਆਪਣੇ ਆਪ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਚਲਾਈਏ। ਔਰ ਅਸੀਂ ਇਸ ਪ੍ਰਤੀ ਜੋ ਮੌਜੂਦਾ ਜਥੇਦਾਰ ਅਕਾਲ ਤਖਤ ਨੇ ਉਹਨਾਂ ਨਾਲ ਵੀ ਅਸੀਂ ਗੱਲ ਕੀਤੀ ਹੈ, ਜਥੇਦਾਰ ਸਾਹਿਬ ਦੇ ਨਾਲ ਔਰ ਸ਼੍ਰੋਮਣੀ ਕਮੇਟੀ ਵਾਲਿਆਂ ਨਾਲ। ਉਹਨਾਂ ਕਿਹਾ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਅਗਰ ਜੰਮੂ ਦਾ ਸਿੱਖ ਜਿਹੜਾ ਹੈ ਉਹ ਆਪਣੀ ਇਸ ਮੂਲ ਨਾਨਕਸ਼ਾਹੀ ਦੇ ਮੁਤਾਬਕ ਮਨਾਉਣਾ ਚਾਹੁੰਦਾ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਠੀਕ ਹੈ, ਇਸ ਕਰਕੇ ਮੇਰੀ ਸਿਨਮਰ ਬੇਨਤੀ ਹੈ ਕਿ ਇਸ ਨੂੰ ਅਸੀਂ ਇੱਕ ਵਾਦ ਵਿਵਾਦ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਅਸੀਂ ਵਾਦ ਵਿਵਾਦ ਦਾ ਵਿਸ਼ਾ ਨਾ ਬਣਾਈਏ। ਅਸੀਂ ਵਾਦ ਵਿਵਾਦ ਦਾ ਵਿਸ਼ਾ ਬਣਾ ਕੇ ਅਸੀਂ ਸਿੱਖ ਦੁਸ਼ਮਣ ਤਾਕਤਾਂ ਦੇ ਹੱਥਾਂ ਵਿੱਚ ਖੇਡਦੇ ਹਾਂ। ਅਸੀਂ ਸੋਸ਼ਲ ਮੀਡੀਆ ਤੇ ਇੱਕ ਦੂਸਰੇ ਦੇ ਖਿਲਾਫ ਅਸੀਂ ਬਿਆਨਬਾਜ਼ੀ ਕਰਦੇ ਹਾਂ। ਇਹ ਚੀਜ਼ ਬੜੀ ਮਾੜੀ ਹੈ। ਸਾਨੂੰ ਸਾਰਿਆਂ ਨੂੰ ਮਿਲ ਬੈਠ ਕੇ 5 ਤਰੀਕ ਨੂੰ ਮਨਾ ਕੇ, ਅਗਰ ਕੋਈ 9 ਨੂੰ ਮਨਾਉਂਦਾ ਤੇ ਉਹ ਵੀ ਮਨਾਏ, ਲੇਕਿਨ ਅਸੀਂ ਸਾਰਾ ਮੇਨ ਪ੍ਰੋਗਰਾਮ ਜਿਹੜਾ ਵੱਡਾ ਪ੍ਰੋਗਰਾਮ ਹੈ ਉਹ ਅਸੀਂ 5 ਨੂੰ ਕਰੀਏ। ਇਹਦੇ ਨਾਲ ਸਾਡੀ ਏਕਤਾ ਵਧੇਗੀ,
ਸਾਡੀ ਯੂਨਿਟੀ ਵਧੇਗੀ ਔਰ ਸਾਡੀ ਤਾਕਤ ਵਧੇਗੀ, ਸਾਡੀ ਆਵਾਜ਼ ਮਜ਼ਬੂਤ ਹੋਏਗੀ। ਮੇਰੀ ਇਹੀ ਬੇਨਤੀ ਹੈ। ਜੀ ਪਿਛਲੇ ਕੁਝ ਸਾਲਾਂ ਤੋਂ ਬੇਅਦਬੀਆਂ ਹੁੰਦੀਆਂ ਆ ਰਹੀਆਂ ਨੇ, ਹੁਣ ਤਾਂ ਹਾਲਾਤ ਇਹ ਨੇ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਬੇਅਦਬੀ ਹੋ ਚੁੱਕੀ ਹੈ। ਕਿਤੇ ਨਾ ਕਿਤੇ ਪੋਲੀਟੀਕਲ ਮੋਟੀਵੇਟਿਡ ਤੇ ਨਹੀਂ। ਦੇਖੋ ਜੀ, ਜਿਸ ਤਰ੍ਹਾਂ ਕਿ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਨੇ, ਬੜੀਆਂ ਹੀ ਮੰਦਭਾਗੀ ਘਟਨਾਵਾਂ ਨੇ, ਔਰ ਮੈਂ ਸਮਝਦਾ ਕਿ ਔਰ ਕਪੂਰਥਲਾ ਵਿਖੇ ਖਾਸ ਕਰ ਜਿਸ ਤਰ੍ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਲਗਾਤਾਰ ਪੰਜਾਬ ਵਿੱਚ ਅਸੀਂ ਪਿਛਲੇ ਕੁਝ ਸਮੇਂ ਤੋਂ ਵੇਖਦੇ ਆ ਰਹੇ ਹਾਂ, ਬਰਗਾੜੀ ਮੋਰਚਾ ਚੱਲਿਆ, ਜਿਹਦੇ ਵਿੱਚ ਅਸੀਂ ਵੀ ਉੱਥੇ ਜਾ ਕੇ ਸ਼ਮੂਲੀਅਤ ਕੀਤੀ ਹੈ, ਜੋ ਕਿ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਅਤੇ ਉਹਨਾਂ ਦੀ ਪਾਰਟੀ ਔਰ ਉਹਨਾਂ ਨੇ ਉੱਥੇ ਸ਼ੁਰੂ ਕੀਤਾ ਸੀ ਮੋਰਚਾ, ਉਹ ਲਗਾਤਾਰ ਚੱਲ ਰਿਹਾ ਹੈ। ਔਰ ਮੈਂ ਸਮਝਦਾ ਕਿ ਇਹ ਜੋ ਘਟਨਾਵਾਂ ਹੋ ਰਹੀਆਂ ਨੇ, ਇਹ ਸਾਰੀ ਉਹਨਾਂ ਸਿਆਸੀ ਲੋਕਾਂ ਦੀ ਸਾਜ਼ਿਸ਼ ਹੈ, ਜਿਹੜੇ ਕਿ ਇਨਸਾਨੀਅਤ ਨੂੰ, ਸਿੱਖੀ ਨੂੰ ਔਰ ਉੱਥੇ ਵੰਡਣਾ ਜਾ ਰਹੇ ਨੇ ਪੰਜਾਬ ਵਿੱਚ। ਉੱਥੇ ਹਰ ਚੀਜ਼ ਜਿਹੜੀ ਹੈ ਉਹ ਚੋਣਾਂ ਦੇ ਨਜ਼ਰੀਏ ਨਾਲ ਜੋ ਕੁਝ ਕੀਤਾ ਜਾ ਰਿਹਾ ਹੈ, ਔਰ ਖਾਸ ਕਰ ਜੋ ਪਿਛਲੇ ਦਿਨਾਂ ਦਰਬਾਰ ਸਾਹਿਬ ਵਿੱਚ ਹੋਇਆ ਹੈ, ਜਿੱਥੇ ਕਿ ਅੱਜ ਲੱਖਾਂ ਲੋਕ ਉੱਥੇ ਬੇਸਹਾਰਾ ਲੋਕ ਉੱਥੇ ਲੰਗਰ ਛਕਦੇ ਨੇ, ਚਾਰੇ ਦਰਵਾਜ਼ੇ ਸਮੁੱਚੀ ਇਨਸਾਨੀਅਤ ਵਾਸਤੇ ਖੁੱਲੇ ਨੇ, ਔਰ ਜਿਹੜਾ ਸਿੱਖ ਕੌਮ ਦਾ ਮਨੁੱਖਤਾਵਾਦੀ ਚਿਹਰਾ ਹੈ ਉਹ ਅੱਜ ਦੁਨੀਆ ਵਿੱਚ ਪ੍ਰਫੁੱਲਤ ਹੋ ਰਿਹਾ ਹੈ। ਮੈਂ ਸਮਝਦਾ ਕਿ ਇਹ ਜਿਹੜੀਆਂ ਸਿੱਖ ਦੁਸ਼ਮਣ ਤਾਕਤਾਂ ਨੇ, ਇਹ ਸਾਰੀ ਉਹਨਾਂ ਦੀ ਸਾਜ਼ਿਸ਼ ਹੈ। ਉਹ ਸਾਡੇ ਜਜ਼ਬੇ ਨੂੰ, ਸਾਡੀ ਉਸ ਸੋਚ ਨੂੰ, ਮੈਂ ਸਮਝਦਾ ਕਿ ਜਿਹੜਾ ਸਾਡੀ ਮਨੁੱਖਤਾਵਾਦੀ ਸੋਚ ਹੈ, ਸਾਡੀ ਇਨਸਾਨੀਅਤ ਦੀ ਜਿਹੜੀ ਸੋਚ ਹੈ, ਸਾਡੀ ਅਮਨ ਦੀ ਜਿਹੜੀ ਸੋਚ ਹੈ, ਉਸ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ। ਪਰ ਕਿ ਉਹਨਾਂ ਨੂੰ ਸਿੱਖ ਇਤਿਹਾਸ ਪੜ੍ਹਨਾ ਚਾਹੀਦਾ ਹੈ ਕਿ ਇਹੋ ਜਿਹੇ ਲੋਕ ਕਦੇ ਵੀ ਕਾਮਯਾਬ ਨਹੀਂ ਹੋਏ ਤੇ ਨਾ ਹੋਣਗੇ। ਇਹ ਸਿੱਖ ਕੌਮ ਹਮੇਸ਼ਾ ਚੜ੍ਹਦੀ ਕਲਾ ਵਿੱਚ ਕਿ ਇੱਕ ਸਖਤ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ। ਇਹ ਜੋ 3 ਸਾਲ ਦੀ ਸਜ਼ਾ ਦਾ ਪ੍ਰਾਵਧਾਨ ਹੈ, ਕਿਉਂ ਇਸ ਨੂੰ ਸਜ਼ਾਏ ਮੌਤ ਵਿੱਚ ਬਦਲਿਆ ਜਾਏ? ਦੇਖੋ ਇੱਥੇ ਇਹੋ ਜਿਹੀਆਂ ਚੀਜ਼ਾਂ ਦੇ ਕਰਕੇ ਅਗਰ ਅਸੀਂ ਕੁਝ, ਜਿਸ ਤਰ੍ਹਾਂ ਕਿ ਤੁਹਾਡੇ ਸਾਹਮਣੇ ਇੱਥੇ ਕੁਝ ਐਜੀਟੇਸ਼ਨ ਹੋਏ, ਪੀਸਫੁਲ ਐਜੀਟੇਸ਼ਨ, ਚਾਹੇ ਉਹ CAA ਸੀ, ਚਾਹੇ ਜਿਸ ਤਰ੍ਹਾਂ ਕਿਸਾਨ ਅੰਦੋਲਨ ਸੀ, ਕਿਸ ਤਰ੍ਹਾਂ ਕਾਨੂੰਨ ਬਣਾ ਕੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਲੋਕਾਂ ਨੂੰ ਪਰੇਸ਼ਾਨ ਕੀਤਾ ਗਿਆ, ਤਾਂ ਇਹਨਾਂ ਚੀਜ਼ਾਂ ਦੇ ਕਰਕੇ ਕਿਉਂ ਨਹੀਂ ਕਾਨੂੰਨ ਬਣਦਾ? ਬਿਲਕੁਲ ਇਹਦੇ ਕਰਕੇ ਇੱਕ ਕਾਨੂੰਨ ਬਣਨਾ ਚਾਹੀਦਾ ਹੈ। ਔਰ ਜਿਸ ਤਰ੍ਹਾਂ ਕਿ ਅੱਜ ਕੁਝ ਲੋਕ, ਮਾਫ ਕਰਨਾ ਕਿ ਮੈਂ ਕੁਝ ਦਿਨ ਪਹਿਲਾਂ ਵੇਖ ਰਿਹਾ ਥਾ ਕਿ ਕਿਸੇ ਧਰਮ ਸੰਸਦ ਨੇ ਕਿਹਾ ਕਿ ਮੁਸਲਿਮ ਨੂੰ ਇੱਥੋਂ ਹਿੰਦੁਸਤਾਨ ਵਿੱਚੋਂ ਖਤਮ ਕਰ ਦਿਓ। ਇਹ ਬੜੀ ਹੀ ਬਦਕਿਸਮਤ ਵਾਲੀ ਗੱਲ ਹੈ। ਇਹ ਮੁਲਕ ਸਾਰਿਆਂ ਦਾ ਸਾਂਝਾ ਮੁਲਕ ਹੈ, ਸਾਰਿਆਂ ਨੇ ਇਹਦੇ ਲਈ ਕੁਰਬਾਨੀ ਕਰਕੇ ਆਜ਼ਾਦੀ ਲਈ ਹੈ, ਔਰ ਇਹੋ ਜਿਹੀਆਂ ਚੀਜ਼ਾਂ ਕਰਕੇ ਮੈਂ ਸਮਝਦਾ ਕਿ ਮੁਲਕ ਕਮਜ਼ੋਰ ਹੋਏਗਾ। ਇਹ ਜਿਹੜੀਆਂ ਫੈਸਿਸਟ ਔਰ ਕਮਿਊਨਲ ਤਾਕਤਾਂ ਨੇ, ਉਹਨਾਂ ਦੇ ਖਿਲਾਫ ਸਾਨੂੰ ਸਾਰਿਆਂ ਨੂੰ, ਸਾਰੀ ਸਮੁੱਚੀ ਮਾਨਵਤਾ ਨੂੰ ਮਿਲ ਬੈਠ ਕੇ, ਸਾਨੂੰ ਇਕੱਠੇ ਹੋ ਕੇ ਉਹਦੇ ਖਿਲਾਫ ਸਾਨੂੰ ਆਵਾਜ਼ ਉਠਾਉਣੀ ਪੜੇਗੀ। ਔਰ ਇਹ ਕਾਨੂੰਨ ਬਣਨਾ ਚਾਹੀਦਾ ਹੈ, ਉਹਨਾਂ ਨੂੰ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਨੇ, ਔਰ ਸਿੱਖ ਕੌਮ ਨੂੰ ਵੀ ਸੁਚੇਤ ਰਹਿਣਾ ਚਾਹੀਦਾ ਹੈ ਕਿ ਸਾਨੂੰ ਸਾਜ਼ਿਸ਼ਾਂ ਰਾਹੀਂ ਸਾਡੇ ਜਜ਼ਬੇ ਨੂੰ, ਸਾਡੇ ਜੋਸ਼ ਨੂੰ ਉਬਾਲਿਆ ਜਾ ਰਿਹਾ ਹੈ, ਸਾਨੂੰ ਪ੍ਰਵੋਕ ਕੀਤਾ ਜਾ ਰਿਹਾ ਹੈ। ਸਾਨੂੰ ਬੜੇ ਸੰਜਮ ਦੇ ਨਾਲ ਇਹਨਾਂ ਚੀਜ਼ਾਂ ਦਾ ਮੁਕਾਬਲਾ ਕਰਨਾ ਪਏਗਾ, ਔਰ ਆਪਣੇ ਈਸ਼ਟ, ਆਪਣੇ ਗੁਰੂ ਗ੍ਰੰਥ ਸਾਹਿਬ, ਆਪਣੀ ਜੋ ਸਾਡੀ ਮਰਿਆਦਾ ਹੈ, ਉਹਦੇ ਪ੍ਰਤੀ ਸਾਨੂੰ ਪੂਰਾ ਸਮਰਪਿਤ ਹੋਣਾ ਪਏਗਾ। टाइम लिमिटेड होने के कारण आज बस इतना ही। तो अपना प्रीशियस टाइम शो ਨੂੰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਤਰਫੋਂ ਵੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਖਾਸ ਕਰ ਜੋ ਨਿਊਜ਼ ਰਿਵਿਊਜ਼ ਆਪ ਜੀ ਨੇ ਬੜੇ ਅਹਿਮ ਸਵਾਲ ਆਪ ਜੀ ਨੇ ਕੀਤੇ ਨੇ, ਔਰ ਮੈਂ ਸਮਝਦਾ ਕਿ ਪਤਾ ਨਹੀਂ ਮੈਂ ਉਹਨਾਂ ਦਾ ਜਵਾਬ ਦੇ ਪਾਇਆ ਕਿ ਨਹੀਂ, ਤੇ ਅਗਰ ਮੇਰੇ ਕੋਲੋਂ ਕੋਈ ਵੱਧ ਘਾਟੀ ਹੋ ਗਈ ਹੋਏ, ਕੋਈ ਭੁੱਲ ਚੁੱਕ ਹੋਏ, ਮੈਂ ਸਮਝਦਾ ਕਿ ਵਿਊਅਰਸ ਮੈਨੂੰ ਮਾਫ ਕਰਨਗੇ ਔਰ ਮੈਨੂੰ ਕਰੈਕਟ ਕਰਨਗੇ। ਤੇ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਸਾਰੇ ਮਿਲ ਬੈਠ ਕੇ ਅਸੀਂ ਅਮਨ ਲਈ, ਮਾਨਵਤਾ ਲਈ, ਔਰ ਜੋ ਸਾਡਾ ਸੰਦੇਸ਼ ਹੈ, ਜੋ ਸਾਡਾ ਸਿੱਖੀ ਦਾ, ਮਾਨਵਤਾ ਔਰ ਅਮਨ ਦਾ, ਅਸੀਂ ਉਸ ਨੂੰ ਅੱਗੇ ਲੈ ਕੇ ਚੱਲੀਏ ਔਰ ਆਪਣੀ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜੀਏ ਔਰ ਸਮੁੱਚੀ ਮਾਨਵਤਾ ਲਈ ਕੰਮ ਕਰੀਏ। ਤਾਂ ਮੈਂ ਸਮਝਦਾ ਕਿ ਸਾਡਾ ਇਸ ਸੰਸਾਰ 'ਚ ਜੋ ਆਣਾ ਉਹ ਸਫਲ ਹੋਗਾ। बहुत बहुत शुक्रिया, बहुत बहुत मेहरबानी। व्यूअर्स, चिट चैट शो में आज बस इतना ही। मिलेंगे जल्दी ही किसी नई पर्सनैलिटी से विद आवर शो चिट चैट विद दलजीत वजीर। देखते रहिए न्यूज रिव्यूज। जय हिंद, जय भारत।